ਸਲੋਕ ਮਹੱਲਾ ਤੀਜਾ। ਸਤਿਗੁਰ ਸੇਵੇ ਆਪਣਾ, ਸੋ ਸਿਰ ਲੇਖੈ ਲਾਏ। ਵਿੱਚ ਹੋ ਆਪ ਗਵਾਏ ਕੈ, ਰਹਿਨ ਸੱਚ ਲਿਵ ਲਾਏ। ਸਤਿਗੁਰ ਸੇਵੇ ਆਪਣਾ, ਸੋ ਸਿਰ ਲੇਖੈ ਲਾਏ। ਵਿੱਚ ਹੋ ਆਪ ਗਵਾਏ ਕੈ, ਰਹਿਨ ਸੱਚ ਲਿਵ ਲਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ, ਅੰਤਰਜਾਮੀ ਕਰੁਣਾ ਨਿਦਾਨ, ਗੁਰੂ ਗਰੀਬ ਨਵਾਜ। ਕਲ ਯੁਗ ਕੇ ਤਾਰਨ ਹਾਰੇ ਸ਼ਬਦ ਗੁਰੂ ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਖਾਲਸਾ ਸਾਧ ਸੰਗਤ ਜੀਓ। ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋਏ ਦੀਵਾਨਾਂ ਅੰਦਰ ਪਾਵਨ ਗੁਰਬਾਣੀ ਦੇ ਜਾਪ, ਅੰਮ੍ਰਿਤਮਈ ਗੁਰਬਾਣੀ ਦਾ ਰਸ ਪਿੰਨਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਆਓ ਸਾਧ ਸੰਗਤ ਜੀ ਹੋਰ ਵੀ ਕੋਈ ਸਮਾਂ ਪਿਆਰ ਸਤਿਕਾਰ ਸਹਿਤ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੈਠ ਕੇ ਸਤਿਗੁਰੂ ਜੀ ਦੀ ਪਵਿੱਤਰ ਬਾਣੀ ਦੀ ਲੜੀਵਾਰ ਕਥਾ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਮਨ ਨੂੰ ਇਕਾਗਰ ਕਰਨ ਲਈ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸੀਸ ਝੁਕਾਵੋ। ਪਿਆਰ ਅਦਬ ਨਾਲ ਉਚਾਰਨ ਕਰੋ ਜੀ। ਕਰੋ ਰਸਨਾ ਪਵਿੱਤਰ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਸਤਿਗੁਰ ਸੇਵੇ ਆਪਣਾ। ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਹਜ਼ੂਰ ਦੇ ਚਰਨਾਂ ਵਿੱਚ ਸਿੱਖਾਂ ਨੇ ਬੇਨਤੀ ਕੀਤੀ ਹੈ, ਮਹਾਰਾਜ ਜਗਤ ਅੰਦਰ ਇਹ ਪ੍ਰਸਿੱਧ ਹੈ, ਕੋਈ ਬੁੱਤਾਂ ਦੀ ਪੂਜਾ ਕਰਕੇ ਮਹਾਰਾਜ ਆਪਣੇ ਸੀਸ ਨੂੰ ਸਫਲਾ ਸਮਝਦਾ ਹੈ, ਕੋਈ ਜੰਗ ਦੇ ਵਿੱਚ ਸ਼ਹੀਦ ਹੋ ਕਰਕੇ ਕਹਿੰਦੇ ਕਿ ਸਾਡਾ ਸੀਸ ਜੋ ਸਫਲ ਹੋ ਗਿਆ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕੋਈ ਕਿਸੇ ਅੱਗੇ ਜਾ ਕਰਕੇ ਸਿਜਦਾ ਕਰਕੇ ਕਹਿੰਦਾ ਕਿ ਸੀਸ ਸਫਲਾ ਹੋ ਗਿਆ। ਹੇ ਮਹਾਰਾਜ, ਇਹ ਸੀਸ ਕਿਵੇਂ ਸਫਲਾ ਕੀਤਾ ਜਾ ਸਕਦਾ ਹੈ? ਹੇ ਮਹਾਰਾਜ, ਇਹ ਸੀਸ ਦੀ ਕਿਵੇਂ ਸਫਲਤਾ ਹੋ ਸਕਦੀ ਹੈ? ਗਰੀਬ ਨਵਾਜ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਸਿੱਖਾਂ ਨੇ ਬੇਨਤੀ ਕੀਤੀ ਹੈ। ਹਜ਼ੂਰ ਇਹ ਪ੍ਰਸ਼ਨ ਦਾ ਜਵਾਬ ਦੇ ਰਹੇ ਹੈ। ਅਕਾਲ ਪੁਰਖ ਪ੍ਰਮਾਤਮਾ ਵਾਹਿਗੁਰੂ ਦੀ ਬਣਾਈ ਹੋਈ ਜੋ ਜਗਤ ਦੀ ਮਰਜ਼ਾਦਾ ਹੈ, ਪਰਮੇਸ਼ਰ ਭਾਣੇ ਨੂੰ ਸੱਤ ਕਰਕੇ ਮੰਨਣਾ, ਜੀਵਨ ਵਿੱਚ ਦੁੱਖ ਸੁੱਖ ਵਿੱਚ ਸਮਾਨ ਬਿਰਤੀ ਰੱਖ ਕੇ ਪਰਮਾਤਮਾ ਨੂੰ ਯਾਦ ਕਰਨਾ, ਇੱਕ ਅਕਾਲ ਪੁਰਖ ਵਾਹਿਗੁਰੂ ਨੂੰ ਆਪਣਾ ਇਸ਼ਟ ਜਾਣ ਕਰਕੇ ਸਾਰੀ ਲੋਕਾਈ ਉਹ ਪਰਮਾਤਮਾ ਦੀ ਪੈਦਾ ਕੀਤੀ ਹੋਈ ਹੈ। ਪਰਮੇਸ਼ਰ ਦੇ ਅੱਗੇ ਆਪਣਾ ਸੀਸ ਝੁਕਾਵਣਾ ਔਰ ਮਨ ਬਾਣੀ ਸਰੀਰ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਪਣ ਕਰਨਾ, ਹਜ਼ੂਰ ਨੇ ਇਹ ਵਡਿਆਈ ਬਖਸ਼ਿਸ਼ ਕੀਤੀ ਹੈ। ਧੰਨ ਸਤਿਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਹਜ਼ੂਰ ਫਰਮਾਉਂਦੇ ਹਨ, ਸਤਿਗੁਰ ਸੇਵੇ ਆਪਣਾ।
ਮਹਾਰਾਜ ਕਹਿੰਦੇ ਜੋ ਮਨ ਬਾਣੀ ਸਰੀਰ ਕਰਕੇ ਸਤਿਗੁਰੂ ਜੀ ਦੇ ਚਰਨਾਂ ਦੀ ਸੇਵਾ ਕਰਦੇ ਹੈ, ਆਪਣਾ ਭਾਵ ਮਹਾਰਾਜ ਜੀ ਨੂੰ ਆਪਣਾ ਮਨ ਕਰਕੇ ਕਿ ਮਹਾਰਾਜ ਆਪ ਤੋਂ ਬਿਨਾਂ ਆਪਣਾ ਕੋਈ ਵੀ ਜਗਤ ਅੰਦਰ ਨਹੀਂ ਹੈ। ਕਿਸੇ ਨੇ ਧੀਆਂ ਨੂੰ, ਪੁੱਤਰਾਂ ਨੂੰ, ਮਾਤਾ ਪਿਤਾ, ਸਖੇ ਸੰਬੰਧੀਆਂ, ਮਿੱਤਰਾਂ ਨੂੰ ਆਪਣਾ ਮੰਨਿਆ, ਕਿਸੇ ਨੇ ਧਨ ਨੂੰ ਆਪਣਾ ਮਿੱਤਰ ਮੰਨਿਆ, ਕਿਸੇ ਨੇ ਪਦਾਰਥਾਂ ਨੂੰ ਆਪਣਾ ਸੰਗੀ ਮੰਨਿਆ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਗਤ ਦੀ ਜਿੰਨੀ ਵੀ ਮਿੱਤਰਤਾ ਹੈ, ਜਿੰਨਾ ਵੀ ਸੰਸਾਰ ਦਾ ਆਪਣਾਪਨ ਹੈ, ਇਹ ਓਨਾ ਸਮਾਂ ਹੀ ਹੈ ਜਦੋਂ ਤੱਕ ਸਰੀਰ ਅੰਦਰ ਸਵਾਸ ਚੱਲਦੇ ਹੈ। ਹੇ ਜੀਵ, ਜਦੋਂ ਤੱਕ ਤੇਰੇ ਤੋਂ ਕੋਈ ਸਵਾਰਥ ਹੈ, ਜਦੋਂ ਦੇਖਿਆ ਕਿ ਹੁਣ ਸਵਾਰਥ ਨਹੀਂ ਹੈ, ਫਿਰ ਸਭ ਸਾਥ ਛੱਡ ਜਾਂਦੇ ਹੈ। ਜਬ ਹੀ ਨਿਰਤਨ ਦੇਖਿਓ ਨਰਕਉ ਸੰਗ ਸਾਥ ਸਭ ਭਾਗੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਮਨੁੱਖ ਨੂੰ ਧਨ ਤੋਂ ਹੀਣਾ ਦੇਖ ਲੈਂਦੇ ਆ ਕਿ ਇਹਦੇ ਕੋਲ ਹੁਣ ਕੰਗਾਲਤਾ ਹੀ ਹੈ, ਕੋਈ ਧਨ ਪਦਾਰਥ ਨਹੀਂ ਬਚੇ, ਫਿਰ ਸਭ ਸਾਧ ਛੱਡ ਕੇ ਭੱਜ ਜਾਂਦੇ ਹੈ। ਇਹ ਜਗਤ ਦੀ ਇੱਦਾਂ ਦੀ ਇਹ ਸਾਧ ਸੰਗਤ ਜੀ ਸ੍ਰਿਸ਼ਟੀ ਦੇ ਜੀਵਾਂ ਦਾ ਸੁਭਾਅ ਬਣ ਚੁੱਕਾ ਹੈ। ਜਿਵੇਂ ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਚਨ ਕੀਤੇ ਹੈ, ਜੋ ਸੰਸਾਰ ਹੈ ਕਿ ਕੁਟੰਬ ਮਿੱਤਰ ਭਾਈ ਦੀਸਹਿ ਮਨ ਮੇਰੇ, ਤੇ ਸਭ ਆਪਣੇ ਸਵਾਏ ਮਿਲਾਸਾ। ਸਵਾਏ ਨਾਮ ਹੈ ਸਵਾਰਥ ਦਾ। ਕੇਵਲ ਆਪਣੇ ਸਵਾਰਥ ਵਾਸਤੇ ਹੀ ਤੇਰੇ ਨੇੜੇ ਟੇਕ ਕਰਕੇ ਬੈਠਦੇ ਹੈ। ਜਿਤ ਦਿਨ ਉਨਕਾ ਸਵਾਉ ਹੋਏ ਨਾ ਆਵੈ, ਤਿਤ ਦਿਨ ਨੇੜਾ ਕੋ ਨਾ ਟੋਕਾਸਾ। ਇਹ ਜੀਵ ਜਾਣ ਲੈਣਾ ਕਰ ਨਿਸ਼ਚੈ ਕਰਕੇ, ਜਦੋਂ ਤੇਰੇ ਤੋਂ ਕੋਈ ਸਵਾਰਥ ਨਾ ਮਿਲਿਆ ਫਿਰ ਕਿਸੇ ਵੀ ਤੇਰੇ ਨੇੜੇ ਨਹੀਂ ਟੋਕ ਕਰਕੇ ਬੈਠਣਾ। ਕੇਵਲ ਆਪਣੇ ਸਵਾਰਥ ਲਈ ਤੇਰੇ ਕੋਲ ਆ ਕੇ ਬੈਠਦੇ ਹੈ। ਔਰ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਨੇ ਵੈਰਾਗਮਈ ਉਪਦੇਸ਼ ਦਿੱਤਾ। ਸੁਖ ਮੈਂ ਆਨ ਬਹੁਤ ਮਿਲ ਬੈਠਤ, ਰਹਿਤ ਚਾਹੂੰ ਦਿਸ ਘੇਰੈ। ਬਿਪਤ ਪਰੀ ਸਭ ਹੀ ਸੰਗ ਛਾੜਿਤ, ਕੋਊ ਨਾ ਆਵਤ ਨੇਰੈ। ਸੁਖ ਵੇਲੇ ਤਾਂ ਹਰ ਕੋਈ ਨੇੜੇ ਆ ਕੇ ਬੈਠਦਾ, ਪਰ ਬਿਪਤਾ ਵੇਲੇ, ਔਕੜ ਵੇਲੇ ਸਭ ਪਾਸਾ ਵੱਟ ਜਾਂਦੇ ਹੈ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਨ੍ਹਾਂ ਨੇ ਸਤਿਗੁਰੂ ਜੀ ਨੂੰ ਆਪਣੇ ਜਾਣ ਕੇ ਸੇਵਿਆ ਹੈ, ਹੇ ਮਹਾਰਾਜ ਸੱਚੇ ਪਾਤਸ਼ਾਹ ਆਪ ਹੀ ਸਾਡੇ ਸਖਾ ਹੋ, ਸੰਬੰਧੀ ਹੋ, ਮਾਤਾ ਹੋ, ਪਿਤਾ ਹੋ, ਭੈਣ ਭਰਾ, ਮਿੱਤਰ ਹੋ। ਜਿਨ੍ਹਾਂ ਨੇ ਪੂਰੇ ਸਤਿਗੁਰੂ ਜੀ ਨੂੰ ਆਪਣਾ ਜਾਣਿਆ, ਹੇ ਮਹਾਰਾਜ ਆਪ ਹੀ ਸਾਡੀ ਮਾਤਾ ਦੇ ਗਰਭ ਦੇ ਵਿੱਚ ਪਾਲਣਾ ਕਰਨ ਵਾਲੇ ਹੋ। ਆਪ ਹੀ ਮਹਾਰਾਜ ਲੋਕ ਪਰਲੋਕ ਵਿੱਚ ਸਾਡੇ ਸਹਾਇਕ ਬਣਨ ਵਾਲੇ ਹੋ। ਜਿਨ੍ਹਾਂ ਗੁਰਮੁਖਾਂ ਨੇ ਭਾਵਨਾ ਨਾਲ ਸਤਿਗੁਰੂ ਜੀ ਨੂੰ ਆਪਣਾ ਮੰਨ ਕੇ ਨਿਮਰਤਾਵਾਨ ਹੋ ਕੇ ਗੁਰੂ ਚਰਨਾਂ ਦੀ ਸੇਵਾ ਕੀਤੀ ਹੈ, ਸੋ ਸਿਰ ਲੇਖੈ ਲਾਏ। ਜਾਣੋ ਕਿ ਉਹਨਾਂ ਦਾ ਜਿਹੜਾ ਸੀਸ ਹੈ ਨਾ, ਇਹ ਸਿਰ ਲੇਖੇ ਵਿੱਚ ਲੱਗ ਗਿਆ। ਜਿਨ੍ਹਾਂ ਨੇ ਭਾਵਨਾ ਦੇ ਨਾਲ ਹਿਰਦੇ ਹੋ ਕੇ ਇਹ ਆਪਣਾ ਸੀਸ ਗੁਰੂ ਚਰਨਾਂ ਵਿੱਚ ਅਰਪਣ ਕੀਤਾ ਹੈ। ਜਿਵੇਂ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਜਦੋਂ ਖਾਲਸੇ ਦੀ ਸਿਰਜਣਾ ਕੀਤੀ ਹੈ ਨਾ, ਬਾਜਾਂ ਵਾਲੇ ਸਤਿਗੁਰੂ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ 80,000 ਦੇ ਇਕੱਠ ਵਿੱਚੋਂ 5 ਸਿੱਖਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਆ ਕੇ ਆਪਣੇ ਸੀਸ ਦੇ ਬਲੀਦਾਨ ਦਿੱਤੇ ਸਨ। ਗਰੀਬ ਨਵਾਜ ਸਤਿਗੁਰੂ ਜੀ ਨੂੰ ਆਪਣਾ ਜਾਣ ਕੇ ਇਹ ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਸਾਡਾ ਭਲਾ ਹੀ ਕਰਨਾ ਹੈ। ਗਰੀਬ ਨਵਾਜ ਸਤਿਗੁਰੂ ਜੀ ਤੁਸੀਂ ਸਾਡਾ ਕਦੇ ਵੀ ਬੁਰਾ ਨਹੀਂ ਸੋਚਦੇ, ਨਾ ਹੀ ਸੋਚਣ ਵਾਲੇ ਹੋ। ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਆਪਣਾ ਜਾ ਕੇ ਜਿਨ੍ਹਾਂ ਨੇ ਮੰਨਿਆ, ਫਿਰ ਨਿਡਰ ਹੋ ਕੇ ਗਰੀਬ ਨਵਾਜ ਸਤਿਗੁਰਾਂ ਦੇ ਸਨਮੁਖ ਹੋ ਕੇ ਬੇਨਤੀ ਕੀਤੀ, ਮਹਾਰਾਜ ਸਾਡਾ ਸੀਸ ਹਾਜ਼ਰ ਹੈ। ਭਾਈ ਦਇਆ ਰਾਮ ਜੀ ਇਸ ਪ੍ਰਕਾਰ ਇੱਕ ਇੱਕ ਕਰਕੇ 5 ਪਿਆਰਿਆਂ ਨੇ ਆਪਣੇ ਸੀਸ ਕੁਰਬਾਨ ਕਰ ਦਿੱਤੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਨ੍ਹਾਂ ਨੇ ਆਪਣੇ ਜਾਣ ਕੇ ਗੁਰੂ ਚਰਨਾਂ ਦੀ ਸੇਵਾ ਕੀਤੀ ਹੈ, ਮਹਾਰਾਜ ਸੱਚੇ ਪਾਤਸ਼ਾਹ ਦੇ ਬਚਨਾਂ ਨੂੰ ਸਤ ਕਰਕੇ ਮੰਨਣ ਰੂਪ ਟਹਿਲ ਕਮਾਈ ਹੈ, ਉਹਨਾਂ ਗੁਰਮੁਖਾਂ ਦੇ ਸੀਸ ਸਫਲੇ ਹੋ ਗਏ ਹੈ। ਸਾਧ ਸੰਗਤ ਜੀ ਅੱਜ 5 ਪਿਆਰਿਆਂ ਨੂੰ ਜਿਨ੍ਹਾਂ ਨੇ ਆਪਣੇ ਸੀਸ ਦੇ ਬਲੀਦਾਨ ਦਿੱਤੇ ਹੈ, ਮਹਾਰਾਜ ਸੱਚੇ ਪਾਤਸ਼ਾਹ ਜਿੱਥੇ ਸਤਿਗੁਰੂ ਜੀ ਨੂੰ ਯਾਦ ਕਰਦੇ, ਉੱਥੇ 5 ਪਿਆਰਿਆਂ ਨੂੰ ਹਰ ਰੋਜ਼ ਯਾਦ ਕੀਤਾ ਜਾਂਦਾ ਹੈ।
ਜਦੋਂ ਵੀ ਗੁਰੂ ਚਰਨਾਂ ਵਿੱਚ ਅਰਦਾਸ ਹੁੰਦੀ ਹੈ, ਪਹਿਲੀ ਪੌੜੀ ਤੋਂ ਬਾਅਦ ਪੰਜਾਂ ਪਿਆਰਿਆਂ ਦਾ ਨਾਮ ਹੀ ਲਿਆ ਜਾਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਨੇ ਕਿੰਨੀ ਵਡਿਆਈ ਬਖਸ਼ਿਸ਼ ਕੀਤੀ ਹੈ, ਕਿਉਂਕਿ ਉਹਨਾਂ ਨੇ ਆਪਣੇ ਜਾਣ ਕੇ ਗੁਰੂ ਚਰਨਾਂ ਦੀ ਸੇਵਾ ਕੀਤੀ ਸੀ। ਮਹਾਰਾਜ ਸੱਚੇ ਪਾਤਸ਼ਾਹ ਦੇ ਬਚਨਾਂ ਨੂੰ ਸੱਤ ਕਰਕੇ ਮੰਨਿਆ, ਉਹਨਾਂ ਗੁਰਮੁਖਾਂ ਦੇ ਸੀਸ ਸਫਲੇ ਹੋ ਗਏ ਹੈ। ਔਰ ਜਿਵੇਂ ਇਤਿਹਾਸ ਅੰਦਰ ਵੀ ਜ਼ਿਕਰ ਆਉਂਦਾ ਹੈ, ਮਾਤਾ ਨਿਹਾਲ ਕੌਰ ਜੀ ਦੇ ਸਾਧ ਸੰਗਤ ਜੀ 4 ਪੁੱਤਰ ਸਨ। ਬਜ਼ੁਰਗ ਮਾਤਾ ਸੀ। 4ਵੇਂ ਪੁੱਤਰ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਭੇਟ ਕਰ ਦਿੱਤੇ ਸੀ ਅਨੰਦਪੁਰ ਸਾਹਿਬ ਦੀ ਧਰਤੀ ਤੇ, ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ। ਜਦੋਂ ਲਗਾਤਾਰ 7-8 ਮਹੀਨੇ ਘੇਰਾ ਪਿਆ ਰਿਹਾ ਨਾ ਅਨੰਦਪੁਰ ਸਾਹਿਬ ਨੂੰ, ਉਸ ਸਮੇਂ ਦੁਸ਼ਮਣਾਂ ਦੇ ਨਾਲ ਲੜਦਿਆਂ ਹੋਇਆਂ 3 ਪੁੱਤਰ ਉਹ ਬਜ਼ੁਰਗ ਮਾਤਾ ਦੇ ਸ਼ਹੀਦ ਹੋ ਗਏ ਸਨ। ਇੱਕ ਪੁੱਤਰ ਬਚਿਆ, ਉਹ ਦੁਬਾਰਾ ਫਿਰ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਲਿਆ ਕੇ ਭੇਟ ਕੀਤਾ ਹੈ। ਮਹਾਰਾਜ 3 ਪੁੱਤਰ ਆਪ ਜੀ ਦੇ ਚਰਨਾਂ ਵਿੱਚ, ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਦੇ ਚਰਨਾਂ ਦੀ ਸੇਵਾ ਕਰਦਿਆਂ ਮਹਾਰਾਜ ਆਪ ਦਾ ਵਚਨ ਮੰਨ ਕਰਕੇ ਦੁਸ਼ਮਣਾਂ ਦੇ ਨਾਲ ਜੂਝ ਕਰਕੇ ਸ਼ਹਾਦਤ ਦਾ ਜਾਮ ਪੀ ਗਏ ਹੈ। ਇੱਕ ਪੁੱਤਰ ਬਚਿਆ, ਮਹਾਰਾਜ ਇਹ ਵੀ ਲੇਖੇ ਲਾ ਲਓ, ਮਹਾਰਾਜ ਮੇਰੀ ਕੁੱਖ ਸਫਲੀ ਹੋ ਜਾਵੇਗੀ। ਬੜੇ ਪਿਆਰ ਵੈਰਾਗ ਵਿੱਚ ਆ ਕੇ ਗੁਰੂ ਚਰਨਾਂ ਵਿੱਚ ਹੱਥ ਜੋੜ ਕੇ ਬੇਨਤੀ ਕੀਤੀ। ਹਿਰਦੇ ਦਾ ਪਿਆਰ, ਮਨ ਦੀ ਭਾਵਨਾ ਦੇਖ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਰਦਾਨ ਦਿੱਤਾ, ਹੇ ਮਾਤਾ, ਤੇਰੇ ਘਰ ਆਉਣ ਵਾਲੇ ਸਮੇਂ ਵਿੱਚ 8 ਪੁੱਤਰ ਪੈਦਾ ਹੋਣਗੇ। ਸਾਧ ਸੰਗਤ ਜੀ, ਮਹਾਰਾਜ ਸੱਚੇ ਪਾਤਸ਼ਾਹ ਦਾ ਵਰਦਾਨ ਪੂਰਾ ਹੋਇਆ। ਉਹ ਮਾਤਾ ਨਿਹਾਲ ਕੌਰ ਜੀ ਦੇ ਘਰ ਵਿੱਚ 8 ਪੁੱਤਰਾਂ ਨੇ ਜਨਮ ਲਿਆ। ਜਦੋਂ 12 ਮਿਸਲਾਂ ਬਣੀਆਂ ਨਾ ਸਾਧ ਸੰਗਤ ਜੀ ਖਾਲਸੇ ਦੀਆਂ, ਉਸ ਸਮੇਂ ਉਹਨਾਂ ਵਿੱਚ ਭਾਈ ਸ਼ੇਰ ਸਿੰਘ ਜੀ, ਭਾਈ ਨਿਹਾਰ ਸਿੰਘ ਜੀ ਕਰਕੇ ਉਹਨਾਂ ਦੇ ਨਾਮ ਆਉਂਦੇ ਹੈ। ਉਹਨਾਂ 8 ਸਿੰਘਾਂ ਨੇ ਫੇਰ ਗੁਰੂ ਘਰ ਦੇ ਲਈ ਬਹੁਤ ਭਾਵਨਾ ਦੇ ਨਾਲ ਆਪਣਾ ਮਨ ਬਾਣੀ ਸਰੀਰ ਗੁਰੂ ਚਰਨਾਂ ਵਿੱਚ ਅਰਪਣ ਕਰਕੇ ਬੜੇ ਪਿਆਰ ਤੇ ਉਤਸ਼ਾਹ ਦੇ ਨਾਲ ਸੇਵਾਵਾਂ ਨਿਭਾਈਆਂ ਨੇ। ਜਦੋਂ ਵੀ ਕਿਤੇ ਦੁਸ਼ਮਣਾਂ ਦੇ ਨਾਲ ਕੋਈ ਯੁੱਧ ਹੁੰਦਾ, ਟਾਕਰਾ ਹੁੰਦਾ, ਬੜੀ ਸੂਰਬੀਰਤਾ ਨਾਲ ਅੱਗੇ ਹੋ ਕਰਕੇ ਦੁਸ਼ਮਣਾਂ ਦਾ ਮੁਕਾਬਲਾ ਕਰਦੇ ਰਹੇ ਹੈ। ਔਰ ਆਪਣੇ ਸੀਸ ਸਾਧ ਸੰਗਤ ਜੀ ਕੁਰਬਾਨ ਕਰ ਦਿੱਤੇ, ਉਹਨਾਂ ਦੇ ਸੀਸ ਸਫਲੇ ਹੋ ਗਏ ਹੈ। ਸਤਿਗੁਰੂ ਜੀ ਗੁਰਬਾਣੀ ਵਿੱਚ ਫਰਮਾਉਂਦੇ ਹੈ, ਸੋ ਸੀਸ ਭਲਾ ਪਵਿੱਤਰ ਪਾਵਨ ਹੈ ਮੇਰੀ ਜਿੰਦੜੀਏ, ਜੋ ਜਾਇ ਲੱਗੈ ਗੁਰ ਪੈਰੇ ਰਾਮ। ਉਹ ਸੀਸ ਭਲਾ ਹੈ, ਪਵਿੱਤਰ ਹੈ, ਪਾਵਨ ਹੈ। ਮਹਾਰਾਜ ਸੱਚੇ ਪਾਤਸ਼ਾਹ ਕਿੰਨੀ ਵਡਿਆਈ ਬਖਸ਼ਿਸ਼ ਕਰਦੇ ਹੈ, ਜੋ ਗੁਰਸਿੱਖ ਭਾਵਨਾ ਦੇ ਨਾਲ ਆਪਣਾ ਸੀਸ ਗੁਰੂ ਚਰਨਾਂ ਤੇ ਆ ਕੇ ਰੱਖਦਾ ਹੈ, ਮਨ ਵਿੱਚ ਭਾਵਨਾ ਬਣਾ ਕੇ ਕਿ ਮੈਂ ਆਪਣਾ ਸੀਸ ਗੁਰੂ ਚਰਨਾਂ ਤੇ ਰੱਖਣ ਲੱਗਾ। ਜਦੋਂ ਵੀ ਨਮਸਕਾਰ ਕਰਦਾ, ਮਨ ਵਿੱਚ ਇਹ ਨਿਸ਼ਚੈ ਕਰਕੇ ਧਾਰਦਾ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਆਪਣਾ ਸੀਸ ਰੱਖ ਰਿਹਾ ਹਾਂ। ਹਿਰਦੇ ਅੰਦਰ ਪਿਆਰ ਭਾਵਨਾ ਨਿਸ਼ਚਾ ਧਾਰਨ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਐਸੇ ਸਿੱਖਾਂ ਦੇ ਜੋ ਸੀਸ ਹਨ ਉਹ ਸਫਲੇ ਹੋ ਜਾਂਦੇ ਹੈ, ਜੋ ਸਤਿਗੁਰੂ ਜੀ ਨੂੰ ਆਪਣਾ ਜਾਣ ਕੇ ਗੁਰੂ ਚਰਨਾਂ ਦੀ ਸੇਵਾ ਕਰਦੇ ਹਨ। ਵਿੱਚ ਹੋ ਆਪ ਗਵਾਏ ਕੈ। ਫਿਰ ਇਹ ਨਹੀਂ ਹੈ ਕਿ ਜੇ ਸੀਸ ਗੁਰੂ ਚਰਨਾਂ ਵਿੱਚ ਅਰਪਣ ਕਰਦਾ ਤਾਂ ਤੇ ਹੰਕਾਰ ਕਰਨਾ ਨਹੀਂ। ਮਹਾਰਾਜ ਕਹਿੰਦੇ ਵਿੱਚ ਹੋ ਆਪ ਗਵਾਏ ਕੈ, ਆਪਾ ਭਾਵ ਗਵਾ ਕੇ ਜੇ ਗੁਰੂ ਚਰਨਾਂ ਦੀ ਸੇਵਾ ਕਰਨੀ ਹੈ ਤੇ ਆਪਣਤ ਪਹਿਲਾਂ ਮਿਟਾਉਣੀ ਪਵੇਗੀ। ਨਿਮਰਤਾਵਾਨ ਮਨ ਨੂੰ ਪਹਿਲਾਂ ਮਾਰਨਾ ਪਵੇਗਾ, ਹੰਕਾਰ ਤੋਂ ਪਹਿਲਾਂ ਰਹਿਤ ਹੋਣਾ ਪਵੇਗਾ, ਕਿਉਂਕਿ ਹੰਕਾਰੀ ਬੰਦਾ ਕਦੇ ਪੂਰੇ ਸਤਿਗੁਰੂ ਜੀ ਦੀ ਸੇਵਾ ਨਹੀਂ ਕਰ ਸਕਦਾ। ਗਰੀਬ ਨਵਾਜ ਸਤਿਗੁਰਾਂ ਨੇ ਫਰਮਾਨ ਕੀਤਾ, ਸਤਿਗੁਰ ਕੀ ਸੇਵਾ ਗਾਖੜੀ ਸਿਰ ਦੀਜੈ ਆਪ ਗਵਾਏ। ਗੁਰੂ ਚਰਨਾਂ ਦੀ ਸੇਵਾ ਕਰਨੀ ਬਹੁਤ ਕਠਿਨ ਹੈ। ਕਠਿਨ ਤਾਂ ਹੈ ਕਿ ਆਪਣਤ ਨਹੀਂ ਮਿਟਦੀ। ਮਨੁੱਖ ਆਪਣਾ ਹੰਕਾਰ ਨਹੀਂ ਛੱਡਦਾ। ਜੇ ਹੰਕਾਰ ਨਹੀਂ ਛੱਡਦਾ ਤੇ ਗੁਰੂ ਚਰਨਾਂ ਦੀ ਸੇਵਾ ਨਹੀਂ ਕਰ ਸਕਦਾ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਜਦੋਂ ਪਹਿਲੀ ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਾਵਨ ਸਰੂਪ ਸ੍ਰੀ ਹਰਿਮੰਦਰ ਸਾਹਿਬ ਵਿੱਚ ਪ੍ਰਕਾਸ਼ ਕਰਨਾ ਸੀ ਨਾ, ਸਾਧ ਸੰਗਤ ਜੀ ਕੇਵਲ ਬ੍ਰਹਮ ਗਿਆਨ ਦੀ ਅਵਸਥਾ ਵਾਲੀ ਨਿਮਰਤਾ ਦੇ ਪੁੰਜ ਬਾਬਾ ਬੁੱਢਾ ਸਾਹਿਬ ਜੀ ਨੂੰ ਚੁਣਿਆ ਗਿਆ, ਪਹਿਲੇ ਹੈੱਡ ਗ੍ਰੰਥੀ।
ਹੋਰ ਵੀ ਭਾਵੇਂ ਕਿੰਨੇ ਮਹਾਨ ਗੁਰੂ ਘਰ ਦੇ ਵਿੱਚ ਸਿੱਖ ਰਹਿੰਦੇ ਸਨ, ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਿਚਾਰਿਆ, ਕਹਿੰਦੇ ਕਿ ਜੋ ਭੱਲਿਆਂ ਦੀ ਵੰਸ਼ ਵਿੱਚੋਂ ਹਨ ਉਹਨਾਂ ਨੂੰ ਵੀ ਮਾਣ ਹੈ ਭੱਲੇ ਵੰਸ਼ ਦਾ, ਔਰ ਤ੍ਰੇਹਣ ਕੁਲ ਵਾਲਿਆਂ ਨੂੰ ਵੀ ਮਾਣ ਹੈ ਕਿ ਅਸੀਂ ਉੱਚੀ ਕੁਲ ਦੇ ਵਿੱਚੋਂ ਹਾਂ, ਸਤਿਗੁਰੂ ਜੀ ਦੀ ਵੰਸ਼ ਦੇ ਵਿੱਚੋਂ ਹਾਂ। ਫਿਰ ਮਹਾਰਾਜ ਸੱਚੇ ਪਾਤਸ਼ਾਹ ਨੇ ਸੋਢ ਵੰਸ਼ ਦੇ ਵਿੱਚੋਂ ਵੀ ਵਿਚਾਰਿਆ ਕਿ ਮਨ ਦੇ ਵਿੱਚ ਹੰਕਾਰ ਹੈ ਕਿ ਅਸੀਂ ਗੁਰੂ ਕੀ ਵੰਸ਼ ਦੇ ਵਿੱਚੋਂ ਹਾਂ। ਕੇਵਲ ਨਿਮਰਤਾਵਾਨ ਬਾਬਾ ਬੁੱਢਾ ਸਾਹਿਬ ਜੀ ਨਜ਼ਰ ਆਏ, ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਹਿਲੇ ਹੈੱਡ ਗ੍ਰੰਥੀ ਬਾਬਾ ਬੁੱਢਾ ਜੀ ਨੂੰ ਚੁਣਿਆ ਸੀ। ਗਰੀਬ ਨਵਾਜ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹੈ, ਵਿੱਚੋਂ ਆਪ ਗਵਾਏ ਕੈ, ਜੇ ਗੁਰੂ ਚਰਨਾਂ ਦੀ ਸੇਵਾ ਕਰਨੀ ਹੈ ਤੇ ਆਪਾ ਭਾਵ ਪਹਿਲਾਂ ਗਵਾਉਣਾ ਪੈਣਾ। ਨਿਮਰਤਾਵਾਨ ਹੋ ਕੇ ਭਾਵਨਾ ਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੀ ਸੇਵਾ ਹੋ ਸਕਦੀ ਹੈ। ਰਹਿਣ ਸੱਚ ਲਿਵ ਲਾਏ, ਜਿਨ੍ਹਾਂ ਨੇ ਆਪਾ ਭਾਵ ਗਵਾ ਲਿਆ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੱਚ ਸਰੂਪ ਦੇ ਨਾਲ ਉਹ ਲਿਵ ਲਾ ਕੇ ਰੱਖਦੇ ਹੈ, ਹਰ ਸਮੇਂ ਸੱਚ ਸਰੂਪ ਦੇ ਵਿੱਚ ਹੀ ਰਹਿੰਦੇ ਹੈ, ਸੁਰਤ ਕਰਕੇ ਪਰਮਾਤਮਾ ਦੇ ਸਰੂਪ ਦੇ ਵਿੱਚ ਹੀ ਸਮਾਈ ਰਹਿੰਦੇ ਹਨ। ਸਤਿਗੁਰ ਜਿਨੀ ਨਾ ਸੇਵਿਓ, ਤੇ ਜਿਨ੍ਹਾਂ ਅਭਾਗੇ ਜੀਵਾਂ ਨੇ ਪੂਰੇ ਸਤਿਗੁਰੂ ਜੀ ਦੇ ਚਰਨਾਂ ਦੀ ਸੇਵਾ ਨਹੀਂ ਕੀਤੀ, ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਆਗਿਆ ਨੂੰ ਸਤ ਕਰਕੇ ਨਹੀਂ ਮੰਨਿਆ, ਤਿਨਾ ਬਿਰਥਾ ਜਨਮ ਗਵਾਏ। ਜਾਣੋ ਅਭਾਗੇ ਜੀਵਾਂ ਨੇ ਆਪਣਾ ਅਮੋਲਕ ਜੀਵਨ ਵਿਅਰਥ ਗਵਾ ਲਿਆ ਹੈ। ਵਡਮੁੱਲੀ ਦਾਤ ਮਨੁੱਖੀ ਜਾਮੇ ਦੀ ਅਕਾਰਥ ਗਵਾ ਲਈ ਹੈ, ਜਿਨ੍ਹਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਦੇ ਬਚਨਾਂ ਨੂੰ ਸਤ ਕਰਕੇ ਨਹੀਂ ਮੰਨਿਆ, ਜਿਨ੍ਹਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਦੀ ਸੇਵਾ ਨਹੀਂ ਕੀਤੀ। ਨਾਨਕ ਜੋ ਤਿਸ ਭਾਵੈ ਸੋ ਕਰੇ। ਧੰਨ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਫਰਮਾਉਂਦੇ, ਜੋ ਪ੍ਰਮਾਤਮਾ ਨੂੰ ਭਾਵਦਾ ਹੈ ਜੀਵ ਉਹੋ ਹੀ ਸੰਸਾਰ ਅੰਦਰ ਕਰਦਾ। ਜੋ ਤਿਸ ਭਾਵ ਹੈ, ਜੋ ਪਰਮੇਸ਼ਰ ਨੂੰ ਭਾਉਂਦਾ ਸੀ ਹੁੰਦਾ ਸੀ, ਹੁਣ ਵੀ ਹੋ ਰਿਹਾ ਹੈ, ਆਉਣ ਵਾਲੇ ਸਮੇਂ ਵਿੱਚ ਵੀ ਹੋਵੇਗਾ। ਕਹਿਣਾ ਕਿਛੂ ਨਾ ਜਾਏ, ਇਸ ਕਰਕੇ ਪਾਤਸ਼ਾਹ ਜੀ ਫਰਮਾਉਂਦੇ, ਕੁਝ ਕਿਹਾ ਨਹੀਂ ਜਾ ਸਕਦਾ ਕਿਸੇ ਪ੍ਰਥਾਏ ਵੀ ਕਿ ਇਹ ਜੀਵ ਐਵੇਂ ਕਰਦਾ ਹੈ। ਕਿਸੇ ਦੇ ਦੋਸ਼ਾਂ ਨੂੰ ਦੇਖ ਕਰਕੇ ਚਿਤਾਰਨਾ ਨਹੀਂ ਚਾਹੀਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜਿਵੇਂ ਪਰਮਾਤਮਾ ਨੂੰ ਭਾਉਂਦਾ ਹੈ ਤਿਵੇਂ ਹੋ ਰਿਹਾ ਹੈ। ਇਸ ਕਰਕੇ ਕੀ ਪਰਮਾਤਮਾ ਦੇ ਕੌਤਕਾਂ ਨੂੰ ਦੇਖ ਕਰਕੇ ਕੁਝ ਕਹਿ ਸਕਦਾ ਜੀਵ? ਕੁਝ ਨਹੀਂ ਕਥਨ ਕਰ ਸਕਦਾ, ਕਿਉਂਕਿ ਖਿਨ ਮਾਤਰ ਸਮੇਂ ਵਿੱਚ ਕੁਝ ਹੋਰ ਹੁੰਦਾ ਹੈ, ਖਿਨ ਮਾਤਰ ਸਮੇਂ ਵਿੱਚ ਕੁਝ ਹੋਰ ਹੋ ਜਾਂਦਾ ਹੈ। ਇਹ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਲੀਲਾ ਹੈ। ਕੋਈ ਪਰਮਾਤਮਾ ਦੇ ਅਚਰਜ ਕੌਤਕਾਂ ਨੂੰ ਕਥਨ ਨਹੀਂ ਕਰ ਸਕਦਾ। ਮਹੱਲਾ ਤੀਜਾ, ਮਨ ਵੇਕਾਰੀ ਵੇੜਿਆ। ਮਨਮੁਖ ਜੀਵ ਦਾ ਜੋ ਮਨ ਹੈ ਵਿਕਾਰਾਂ ਦੇ ਵਿੱਚ ਹੀ ਹਰ ਸਮੇਂ ਵੇੜਿਆ ਪ੍ਰਵਿਰਤ ਰਹਿੰਦਾ ਹੈ। ਵੇੜਿਆ ਹਰ ਸਮੇਂ ਬੱਝਾ ਰਹਿੰਦਾ ਵਿਕਾਰਾਂ ਰੂਪ ਔਗਣਾਂ ਦੇ ਨਾਲ। ਵਿਕਾਰਾ ਕਰਮ ਕਮਾਏ, ਇਸ ਕਰਕੇ ਵਿਕਾਰੀ ਹੋਇਆ ਮਨ ਵਿਕਾਰਾਂ ਭਰੇ ਕਰਮ ਹੀ ਕਰਦਾ, ਕਦੇ ਪਰਮਾਰਥ ਦੇ ਰਸਤੇ ਤੇ ਨਹੀਂ ਚੱਲ ਸਕਦਾ। ਔਗਣਾਂ ਦੇ ਨਾਲ ਬੱਝਾ ਹੋਇਆ ਕਦਾਚਿਤ ਵੀ ਭਾਵ ਭਗਤੀ ਦੇ ਮਾਰਗ ਤੇ ਨਹੀਂ ਚੱਲ ਸਕਦਾ। ਇਸ ਕਰਕੇ ਮਹਾਰਾਜ ਕਹਿੰਦੇ ਹਨ ਕਿ ਮਨ ਦੀ ਅਜਿਹੀ ਹਾਲਤ ਹੈ ਜਿਵੇਂ ਕਿਸੇ ਮਨੁੱਖ ਨੂੰ ਰੱਸਿਆਂ ਦੇ ਨਾਲ ਜਾਂ ਸੰਗਲਾਂ ਦੇ ਨਾਲ ਘੁੱਟ ਕੇ ਬੰਨ੍ਹ ਦਿੱਤਾ ਜਾਵੇ ਤੇ ਉਹ ਗੁਲਾਮ ਰਹਿੰਦਾ, ਹਿੱਲਿਆ ਨਹੀਂ ਜਾਂਦਾ ਉਹਦੇ ਤੋਂ। ਇਸ ਪ੍ਰਕਾਰ ਜਿਹਨੂੰ ਵਿਕਾਰਾਂ ਰੂਪੀ ਰੱਸਿਆਂ ਨੂੰ ਘੁੱਟ ਕਰਕੇ ਬੱਧਾ ਹੋਇਆ, ਉਹ ਜੀਵ ਐਸੇ ਬੰਧਨ ਵਿੱਚ ਪਿਆ ਹੋਇਆ ਕਦੇ ਭਾਵ ਭਗਤੀ ਦੇ ਮਾਰਗ ਤੇ ਨਹੀਂ ਚੱਲ ਸਕਦਾ। ਐਸੇ ਬੰਧਨ ਪਏ ਹੋਏ ਹਨ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਫਿਰ ਸੰਸਾਰ ਰੂਪ ਕੈਦਖਾਨੇ ਵਿੱਚ ਹੀ ਰਹਿੰਦਾ, ਫਿਰ ਇਹਦੇ ਤੋਂ ਆਜ਼ਾਦ ਨਹੀਂ ਹੋਇਆ ਜਾਂਦਾ। ਇਸ ਲਈ ਪਾਤਸ਼ਾਹ ਜੀ ਨੇ ਫਰਮਾਨ ਕੀਤਾ, ਐਸਾ ਜਿਸ ਜੀਵ ਦਾ ਮਨ ਜਿਹੜਾ ਵਿਕਾਰਾਂ ਦੇ ਵਿੱਚ ਹੀ ਹਰ ਸਮੇਂ ਪ੍ਰਵਿਰਤਤ ਹੋਇਆ, ਵੇੜਿਆ ਹਰ ਸਮੇਂ ਪ੍ਰਕਾਰਾਂ ਦੇ ਵਿੱਚ ਹੀ ਗਲਤਾਨ ਹੋ ਕੇ ਰਹਿੰਦਾ ਹੈ, ਉਹ ਕਦਾਚਿਤ ਵੀ ਭਾਵ ਭਗਤੀ ਦੇ ਮਾਰਗ ਤੇ ਨਹੀਂ ਚੱਲ ਸਕਦਾ। ਵਿਕਾਰਾਂ ਭਰੇ ਔਗਣਾਂ ਭਰੇ ਕਰਮ ਹੀ ਹਰ ਸਮੇਂ ਕਮਾਉਂਦਾ ਹੈ। ਦੂਜੇ ਭਾਏ ਅਗਿਆਨੀ ਪੂਜਦੇ, ਜਿਹੜੇ ਦਵੈਸ਼ ਭਾਵਨਾ ਦੇ ਵਿੱਚ ਲੱਗੇ ਹਨ ਅਗਿਆਤ ਜੀਵ, ਉਹ ਸੰਸਾਰ ਦੀ ਪੂਜਾ ਕਰਦੇ ਰਹਿੰਦੇ ਹੈ।
ਉਹ ਪਰਮਾਤਮਾ ਦੀ ਪੂਜਾ ਨਹੀਂ ਕਰਦੇ, ਕਾਲ ਦੇ ਬਣਾਈ ਹੋਈ ਸ੍ਰਿਸ਼ਟੀ ਦੀ ਪੂਜਾ ਕਰਦੇ ਰਹਿੰਦੇ ਆ। ਕਦੇ ਮੜੀਆਂ ਦੀ, ਮੱਟਾਂ ਦੀ, ਬੁੱਤਾਂ ਦੀ ਪੂਜਾ ਵਿੱਚ ਹੀ ਲੱਗੇ ਰਹਿੰਦੇ ਹਨ। ਦਰਗਹ ਮਿਲੈ ਸਜਾਏ। ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਉਹਨਾਂ ਨੂੰ ਪਰਮੇਸ਼ਰ ਦੀ ਸੱਚੀ ਦਰਗਾਹ ਦੇ ਵਿੱਚ ਸਜਾਵਾਂ ਮਿਲਣਗੀਆਂ। ਜੋ ਅਕਾਲ ਦੀ ਪੂਜਾ ਨਹੀਂ ਕਰਦੇ, ਜੋ ਕਾਲ ਦੇ ਸੰਸਾਰ ਦੇ ਅੰਦਰ ਸ੍ਰਿਸ਼ਟੀ ਸਾਰੀ ਕਾਲ ਦੇ ਵਿੱਚ ਆਉਣ ਵਾਲੀ ਹੈ, ਉਹ ਕਾਲ ਦੇ ਸ੍ਰਿਸ਼ਟੀ ਵਿੱਚ ਹੀ ਹਰ ਸਮੇਂ ਸ੍ਰਿਸ਼ਟੀ ਦੀ ਪੂਜਾ ਕਰਦੇ ਰਹਿੰਦੇ ਆ। ਕੋਈ ਕਿਸੇ ਦਾ ਪੂਜਨ ਕਰਦਾ, ਕੋਈ ਕਿਸੇ ਦਾ ਕਰਦਾ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਚਨ ਕੀਤਾ ਨਾ, ਪੂਜਾ ਅਕਾਲ ਕੀ ਪਰਚਾ ਸ਼ਬਦ ਕਾ ਦੀਦਾਰ ਖਾਲਸੇ ਕਾ ਕਰਨਾ ਹੈ। ਇਹ ਦਸ਼ਮੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਦਾ ਆਦੇਸ਼ ਹੈ। ਪਰ ਸਿੱਖ ਹੋ ਕੇ ਵੀ ਜੇ ਹੋਰ ਹੀ ਮੜੀਆਂ ਮੱਟਾਂ ਦੀ ਪੂਜਾ ਕਰੀ ਜਾਵੇ, ਫਿਰ ਉਹ ਸਿੱਖ ਥੋੜ੍ਹਾ, ਸਿੱਖਾਂ ਵਾਲੇ ਕਰਮ ਥੋੜ੍ਹਾ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ ਇਹ ਅਗਿਆਨਤਾ ਦੀ ਨਿਸ਼ਾਨੀ ਹੈ। ਜੋ ਅਗਿਆਤ ਜੀਵ ਹੈ ਨਾ, ਦਵੈਸ਼ ਦੁਬਦਾ ਵਿੱਚ ਪੈ ਕਰਕੇ ਹੋਰ ਹੀ ਜਗਤ ਦੀ ਪੂਜਾ ਵਿੱਚ ਲੱਗੇ ਹਨ। ਆਤਮ ਦਿਓ ਪੂਜੀਐ। ਇਹ ਮਹਾਰਾਜ ਜੀ ਸਾਨੂੰ ਫਿਰ ਪੂਜਨ ਕਿਸ ਦਾ ਕਰਨਾ ਚਾਹੀਦਾ? ਸਤਿਗੁਰੂ ਅਮਰਦਾਸ ਸਾਹਿਬ ਜੀ ਫਰਮਾਉਂਦੇ, ਜੋ ਆਤਮਾ ਰੂਪ ਹੋ ਕਰਕੇ ਪ੍ਰਕਾਸ਼ ਰੂਪ ਸਭ ਜੀਵਾਂ ਵਿੱਚ ਵਰਤ ਰਿਹਾ, ਉਸ ਪਰਮੇਸ਼ਰ ਦਾ ਪੂਜਨ ਕਰਨਾ ਚਾਹੀਦਾ। ਮਨ ਕਰਕੇ, ਮਨ ਰੂਪ ਹੱਥਾਂ ਦੇ ਨਾਲ ਵਾਹਿਗੁਰੂ ਦੇ ਚਰਨਾਂ ਨੂੰ ਪੂਜਾ ਕਰਨੀ ਚਾਹੀਦੀ ਹੈ। ਇੱਕ ਚਿੱਤ ਹੋ ਕੇ ਪ੍ਰਮਾਤਮਾ ਦੀ ਯਾਦ ਵਿੱਚ ਜੁੜਨਾ ਚਾਹੀਦਾ। ਬਿਨ ਸਤਿਗੁਰ ਬੂਝ ਨਾ ਪਾਏ। ਪਰ ਐਸੀ ਗਿਆਤ ਪੂਰੇ ਸਤਿਗੁਰੂ ਜੀ ਤੋਂ ਬਿਨਾਂ ਕਦੇ ਬੁੱਝੀ ਨਹੀਂ ਜਾ ਸਕਦੀ। ਕਦਾ ਚਿੱਤ ਵੀ ਭਾਵੇਂ ਕਿੰਨਾ ਵੀ ਯਤਨ ਕਰ ਲਵੇ ਆਪਣੇ ਬਲ ਦੇ ਨਾਲ, ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਸੋਝੀ ਬਖਸ਼ਦੇ ਹੈ ਤਾਂ ਹੀ ਜੀਵ ਨੂੰ ਸਮਝ ਪੈਂਦੀ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਦੀ ਸੇਵਾ ਕਰਾਂ, ਮੇਰਾ ਜੀਵਨ ਸਫਲਾ ਹੋ ਜਾਵੇਗਾ। ਇੱਕ ਚਿੱਤ ਹੋ ਕੇ ਪਰਮਾਤਮਾ ਨੂੰ ਯਾਦ ਕਰਾਂ, ਵਾਹਿਗੁਰੂ ਅਕਾਲ ਸਰੂਪ ਦਾ ਮੈਂ ਪੂਜਨ ਕਰਾਂ, ਲੋਕ ਪਰਲੋਕ ਸਫਲਾ ਹੋ ਜਾਵੇਗਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਕਿ ਜਦੋਂ ਜੀਵ ਨੂੰ ਸੋਝੀ ਆਉਂਦੀ ਤਾਂ ਪਰਮਾਤਮਾ ਦਾ ਪੂਜਨ ਕਰਦਾ, ਨਹੀਂ ਤਾਂ ਜਗਤ ਦੇ ਜੀਵ ਕੋ ਬੁਤਾਨ ਕੋ ਪੂਜਤ ਹੈ ਪਸ, ਕੋ ਮਿਰਤਾਨ ਕੋ ਪੂਜਨ ਧਾਇਓ, ਕੂਰ ਕਿਰਿਆ ਉਰਜਿਓ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਪਰਮਾਤਮਾ ਦੇ ਸਰੂਪ ਦੇ ਭੇਦ ਤਾਂ ਕਿਸੇ ਪਾਇਆ ਹੀ ਨਾ। ਕੋਈ ਬੁੱਤਾਂ ਦੀ, ਕੋਈ ਮੜੀਆਂ ਮੱਟਾਂ ਦੀ ਪੂਜਾ ਵਿੱਚ ਲੱਗਾ ਹੋਇਆ। ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅਗਿਆਤ ਜੀਵਾਂ ਦੀ ਅਜਿਹੀ ਹਾਲਤ ਹੈ, ਔਰ ਇਸ ਕਰਕੇ ਸਤਿਗੁਰ ਬੂਝ ਨਾ ਪਾਏ। ਪੂਰੇ ਸਤਿਗੁਰਾਂ ਤੋਂ ਬਿਨਾਂ ਇਹ ਸੱਚੀ ਗਿਆਤ ਨਹੀਂ ਪਾਉਂਦੀ। ਜਪ ਤਪ ਸੰਜਮ ਭਾਣਾ ਸਤਿਗੁਰੂ ਕਾ। ਜਿਨ੍ਹਾਂ ਨੇ ਮਹਾਰਾਜ ਸੱਚੇ ਪਾਤਸ਼ਾਹੀ ਦੇ ਭਾਣੇ ਨੂੰ, ਭਾਵ ਗੁਰੂ ਕੀ ਆਗਿਆ ਨੂੰ ਸਤ ਕਰਕੇ ਮੰਨਿਆ ਹੈ, ਜਾਣੋ ਉਹਨਾਂ ਨੇ ਸਾਰੇ ਜਾਪ ਕਰ ਲਏ ਹੈ, ਸਾਰੇ ਤਪ ਸਾਧਨਾ ਉਹਨਾਂ ਦੀਆਂ ਸਾਧੀਆਂ ਗਈਆਂ ਨੇ। ਸੰਜਮ ਇੰਦਰੀਆਂ ਦਾ ਦਮਨ ਕਰਨਾ, ਇਹ ਸਾਰੇ ਸਾਧਨ ਉਹਨਾਂ ਦੇ ਜਾਣੋ ਕਿ ਸੁਤੇ ਸਿੱਧ ਹੋ ਗਏ ਹੈ, ਜਿਨ੍ਹਾਂ ਨੇ ਗੁਰੂ ਕੇ ਭਾਣੇ ਨੂੰ ਸਤ ਕਰਕੇ ਮੰਨਿਆ ਹੈ। ਜਿਵੇਂ ਸਤਿਗੁਰੂ ਜੀ ਦੇ ਫਰਮਾਨ ਹਨ, ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੈ। ਉਹ ਮਹਾਰਾਜ ਸੱਚੇ ਪਾਤਸ਼ਾਹੀ ਦਾ ਸਖਾ ਹੈ, ਸੰਬੰਧੀ ਹੈ, ਭਰਾ ਹੈ। ਕਿੰਨੀ ਵਡਿਆਈ ਬਖਸ਼ੀ ਮਹਾਰਾਜ ਜੀ ਨੇ ਉਹ ਸਿੱਖ ਨੂੰ ਜੋ ਗੁਰੂ ਕੇ ਭਾਣੇ ਨੂੰ ਸਤ ਕਰਕੇ ਮੰਨਦਾ, ਗੁਰੂ ਕੀ ਆਗਿਆ ਵਿੱਚ ਰਹਿ ਕੇ ਜੀਵਨ ਨਿਰਵਾਹ ਕਰਦਾ ਹੈ। ਪਰ ਅਗਲਾ ਬਚਨ ਵੀ ਹਜ਼ੂਰ ਦਾ ਅਸੀਂ ਪੜ੍ਹ ਲਈਏ, ਆਪਣਾ ਭਾਣਾ ਜੋ ਚੱਲੈ ਭਾਈ, ਵਿਛੜ ਚੋਟਾ ਖਾਵੈ। ਜੇ ਮਨ ਮੱਤਾਂ ਕਰਦਾ, ਗੁਰੂ ਕੀ ਆਗਿਆ ਸਤ ਕਰਕੇ ਨਹੀਂ ਮੰਨਦਾ, ਸਤਿਗੁਰੂ ਜੀ ਕਹਿੰਦੇ ਹਨ ਫਿਰ ਸਤਿਗੁਰਾਂ ਤੋਂ ਬੇਮੁਖ ਹੋ ਕੇ ਵਿਛੜ ਕੇ ਯਮਾਂ ਦੀਆਂ ਚੋਟਾਂ ਖਾਂਦਾ, ਦਰ ਦਰ ਤੇ ਭਟਕਦਾ ਹੈ, ਕਦੇ ਢੋਈ ਨਹੀਂ ਪ੍ਰਾਪਤ ਹੁੰਦੀ। ਜੇ ਮਹਾਰਾਜ ਜੀ ਦਾ ਬਚਨ ਸਤ ਕਰਕੇ ਮੰਨਦਾ, ਫਿਰ ਉਹ ਸਤਿਗੁਰੂ ਜੀ ਦਾ ਸਖਾ ਹੈ, ਸੰਬੰਧੀ ਹੈ, ਭਰਾ ਹੈ। ਸਤ ਸੰਗਤ ਜੀ ਦੇ ਸਤਿਗੁਰੂ ਜੀ ਸਖੇ ਬਣ ਜਾਣ, ਫਿਰ ਉਹਦਾ ਕੋਈ ਰੋਮ ਵੀ ਵਿੰਗਾ ਨਹੀਂ ਕਰ ਸਕਦਾ। ਜਿਸ ਦੇ ਸਤਿਗੁਰੂ ਜੀ ਮਿੱਤਰ ਬਣ ਜਾਣ, ਫਿਰ ਕੋਈ ਜੰਮ ਵੀ ਉਹਦੇ ਵੱਲ ਜੂਹਵਾਦ ਕਰਕੇ ਦੇਖ ਨਹੀਂ ਸਕਦੇ। ਜਿਸ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਸੰਬੰਧੀ ਬਣ ਜਾਣ, ਫਿਰ ਸਾਧ ਸੰਗਤ ਜੀ
ਨਰਕਾਂ ਦੇ ਵਿੱਚ ਨਹੀਂ ਪੈਣਾ ਪੈਂਦਾ, 84 ਦੇ ਗੇੜੇ ਵਿੱਚ ਨਹੀਂ ਮਹਾਰਾਜ ਸੱਚੇ ਪਾਤਸ਼ਾਹ ਪੈਣ ਦਿੰਦੇ। ਇਸ ਲਈ ਪਾਤਸ਼ਾਹ ਜੀ ਨੇ ਫਰਮਾਨ ਕੀਤਾ, ਜੋ ਗੁਰਮੁਖ ਪਿਆਰਿਆਂ ਨੇ ਸਤਿਗੁਰੂ ਜੀ ਦੇ ਬਾਣੀ ਨੂੰ ਸਤ ਕਰਕੇ ਮੰਨਿਆ, ਉਹਨਾਂ ਨੇ ਜਾਣੋ ਕਿ ਰਸਨਾ ਕਰਕੇ ਜਾਪ ਵੀ ਕਰ ਲਿਆ, ਤਪ ਸਰੀਰ ਕਰਕੇ ਸੇਵਾ ਵੀ ਕਰ ਲਈ ਹੈ, ਔਰ ਸੰਜਮ ਇੰਦਰੀਆਂ ਦਾ ਉਹਨਾਂ ਨੇ ਦਮਨ ਵੀ ਕਰ ਲਿਆ, ਇੰਦਰੀਆਂ ਨੂੰ ਵਸ ਵਿੱਚ ਵੀ ਕਰ ਲੈਣਾ ਕੀਤਾ ਹੈ। ਕਰਮੀ ਪੱਲੇ ਪਾਏ, ਪਰ ਇਹ ਦਾਤ ਨਿਸ਼ਕਾਮ ਕਰਮਾਂ ਵਾਲਿਆਂ ਦੇ ਪੱਲੇ ਪਈ ਹੈ। ਨਿਸ਼ਕਾਮ ਕਰਮ ਜਿਨ੍ਹਾਂ ਗੁਰਮੁਖਾਂ ਨੇ ਕੀਤੇ ਸਨ, ਉਹਨਾਂ ਦੇ ਹਿਰਦੇ ਰੂਪ ਪੱਲੜੇ ਵਿੱਚ ਇਹ ਸ਼੍ਰੋਮਣੀ ਦਾਤ ਪਈ ਹੈ ਕਿ ਗੁਰੂ ਕੇ ਬਾਣੇ ਨੂੰ ਸਤ ਕਰਕੇ ਮੰਨਣਾ, ਸਤਿਗੁਰੂ ਜੀ ਦੀ ਆਗਿਆ ਵਿੱਚ ਰਹਿ ਕੇ ਜੀਵਨ ਨਿਰਵਾਹ ਕਰਨਾ। ਇਹ ਅਮੋਲਕ ਦਾਤ ਨਿਸ਼ਕਾਮ ਕਰਮਾਂ ਵਾਲਿਆਂ ਨੂੰ ਮਿਲੀ ਹੈ। ਨਾਨਕ ਸੇਵਾ ਸੁਰਤ ਕਮਾਵਣੀ, ਇਹ ਮਹਾਰਾਜ ਜੀ ਸੇਵਾ ਕਿਵੇਂ ਕਰਨੀ ਚਾਹੀਦੀ ਹੈ? ਸਤਿਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ, ਸ੍ਰੇਸ਼ਟ ਪ੍ਰੀਤ ਧਾਰਨ ਕਰਕੇ। ਸਭ ਤੋਂ ਉੱਤਮ ਪ੍ਰੀਤ ਹੈ ਪਰਮਾਤਮਾ ਦੇ ਚਰਨਾਂ ਦੀ। ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦਾ ਪਿਆਰ ਹਿਰਦੇ ਅੰਦਰ ਧਾਰਨ ਕਰਨਾ, ਪ੍ਰੇਮ ਸਹਿਤ ਹੋ ਕੇ ਗੁਰੂ ਚਰਨਾਂ ਦੀ ਸੇਵਾ ਕਰਨੀ ਚਾਹੀਦੀ ਹੈ। ਜੋ ਹਰ ਭਾਵੈ ਸੋ ਥਾਏ ਪਾਏ, ਫਿਰ ਜਿਸ ਹਿਰਦੇ ਦਾ ਪਿਆਰ ਪਰਮਾਤਮਾ ਨੂੰ ਭਾ ਜਾਂਦਾ ਹੈ, ਉਹ ਫਿਰ ਪਰਮਾਤਮਾ ਦੇ ਸਰੂਪ ਰੂਪੀ ਥਾਂ ਵਿੱਚ ਪੈਂਦਾ ਹੈ, ਪਰਮੇਸ਼ਰ ਦੀ ਅਭੇਰਤਾ ਪਾ ਲੈਂਦਾ ਹੈ। ਜੋ ਜੀਵ ਪਰਮੇਸ਼ਰ ਨੂੰ ਭਾ ਜਾਂਦਾ ਹੈ, ਤੇ ਭਾਉਂਦਾ ਕੌਣ ਹੈ? ਜੋ ਸੱਚਾ ਪਿਆਰ ਹਿਰਦੇ ਅੰਦਰ ਧਾਰਨ ਕਰਦਾ। ਗੋਬਿੰਦ ਭਾਉ ਭਗਤ ਕਾ ਭੁੱਖਾ, ਹਿਰਦੇ ਦਾ ਪਿਆਰ ਪਰਮਾਤਮਾ ਦੇਖਦਾ ਹੈ। ਤੇ ਜਿਸ ਨੇ ਸੱਚਾ ਪ੍ਰੇਮ ਹਿਰਦੇ ਅੰਦਰ ਧਾਰਨ ਕੀਤਾ, ਮਹਾਰਾਜ ਕਹਿੰਦੇ ਉਹ ਵਾਹਿਗੁਰੂ ਦੇ ਸਰੂਪ ਰੂਪੀ ਥਾਂ ਵਿੱਚ ਪੈ ਗਿਆ ਹੈ। ਪੌੜੀ ਹਰ ਹਰ ਨਾਮ ਜਪੋ ਮਨ ਮੇਰੇ, ਪੌੜੀ ਅੰਦਰ ਸਤਿਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਫਰਮਾਉਂਦੇ ਆ, ਹੇ ਮੇਰੇ ਮਨਾ, ਹਰ ਇੱਕ ਜੀਵ ਅੰਦਰ ਵਰਤਣ ਵਾਲੇ ਹਰੀ ਪਰਮੇਸ਼ਰ ਦੇ ਨਾਮ ਨੂੰ ਜਪਣਾ ਕਰ। ਜਿਤ ਸਦਾ ਸੁਖ ਹੋਵੇ ਦਿਨ ਰਾਤੀ, ਜਿਸ ਪਰਮਾਤਮਾ ਦਾ ਨਾਮ ਜਪਣੇ ਕਰਕੇ ਦਿਨ ਰਾਤ, ਰਾਤ ਦਿਨ ਹਰ ਸਮੇਂ ਅੱਠੇ ਪਹਿਰ ਸੁਖ ਸਰੂਪ ਦੀ ਪ੍ਰਾਪਤੀ ਹੋਈ ਰਹਿੰਦੀ ਹੈ, ਹਿਰਦੇ ਅੰਦਰ ਆਨੰਦ ਬਣਿਆ ਰਹਿੰਦਾ ਹੈ। ਹੇ ਮੇਰੇ ਮਨਾ, ਉਸ ਪਰਮਾਤਮਾ ਦਾ ਨਾਮ ਜਪਣਾ ਕਰ। ਹਰ ਹਰ ਨਾਮ ਜਪੋ ਮਨ ਮੇਰੇ, ਹੇ ਮੇਰੇ ਮਨਾ, ਜੀਵਾਂ ਨੂੰ ਹਰੇ ਪਰੇ ਕਰਨ ਵਾਲੇ ਹਰੀ ਪਰਮੇਸ਼ਰ ਦੇ ਨਾਮ ਨੂੰ ਜਪਣਾ ਕਰ। ਜਿਤ ਸਿਮਰਤ ਸਭ ਕਿਲ ਵਿਖ ਪਾਪ ਲਹਾਤੀ, ਜਿਸ ਪਰਮਾਤਮਾ ਦਾ ਸਿਮਰਨ ਕਰਨੇ ਕਰਕੇ ਸਭ ਕਿਲ ਵਿਖ ਬੱਜਰ ਪਾਪ ਸਭ ਲਹਿ ਜਾਂਦੇ ਹੈ। ਜਿਨ੍ਹਾਂ ਗੁਰਮੁਖਾਂ ਨੇ, ਵਡਭਾਗੇ ਪੁਰਖਾਂ ਨੇ ਪਰਮੇਸ਼ਰ ਦਾ ਸਿਮਰਨ ਕੀਤਾ ਹੈ, ਪਰਮਾਤਮਾ ਨੇ ਸਾਰੇ ਬੱਜਰ ਪਾਪ ਉਹਨਾਂ ਦੇ ਲਾਹ ਦਿੱਤੇ ਹੈ। ਪਾਪ ਕਰਮਾਂ ਦੇ ਭਾਰ ਦਾ ਜੋ ਪੰਡਾਂ ਚੁੱਕੀਆਂ ਸਨ, ਸਭ ਪਰਮੇਸ਼ਰ ਨੇ ਲਾਹ ਦਿੱਤੀਆਂ ਨੇ। ਉਹਨਾਂ ਗੁਰਮੁਖਾਂ ਦਾ ਹਿਰਦਾ ਹੌਲਾ ਹੋ ਗਿਆ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ, ਜਿਨ੍ਹਾਂ ਨੇ ਪਰਮਾਤਮਾ ਦਾ ਸਿਮਰਨ ਕੀਤਾ ਹੈ, ਹੇ ਮਨਾ, ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਜਪਿਆ ਕਰ। ਜਿਸ ਪਰਮੇਸ਼ਰ ਦਾ ਸਿਮਰਨ ਕਰਨੇ ਕਰਕੇ ਸਾਰੇ ਪਾਪ ਮਿਟ ਜਾਂਦੇ ਹੈ, ਜਿਸ ਵਾਹਿਗੁਰੂ ਦਾ ਸਿਮਰਨ ਕਰਨੇ ਕਰਕੇ ਪਾਪ ਕਰਮਾਂ ਦੀਆਂ ਪੰਡਾਂ ਲਹਿ ਜਾਂਦੀਆਂ ਹਨ। ਹਰ ਹਰ ਨਾਮ ਜਪੋ ਮਨ ਮੇਰੇ, ਇਹ ਮੇਰੇ ਮਨਾ, ਅਕਾਲ ਪੁਰਖ ਪਰਮੇਸ਼ਰ ਹਰ ਇੱਕ ਜੀਵ ਦੇ ਅੰਦਰ ਹਰ ਸਮੇਂ ਵਰਤਦਾ ਹੈ। ਉਸ ਪਰਮਾਤਮਾ ਦਾ ਸਿਮਰਨ ਕਰਿਆ ਕਰ, ਪਰਮਾਤਮਾ ਦਾ ਨਾਮ ਜਪਿਆ ਕਰ। ਜਿਤ ਦਾਲਤ ਦੁੱਖ ਭੁੱਖ ਸਭ ਲਹਿ ਜਾਤੀ, ਜਿਸ ਪਰਮੇਸ਼ਰ ਦਾ ਨਾਮ ਜਪਣੇ ਕਰਕੇ ਦਾਲਤ ਦਲਿੱਦਰ ਲਹਿ ਜਾਂਦਾ ਹੈ, ਫਿਰ ਦੁੱਖ ਅਗਿਆਨ ਦਾ, ਜੰਮਣ ਮਰਨ ਦਾ ਦੁੱਖ ਚਲਿਆ ਜਾਂਦਾ ਹੈ। ਭੁੱਖ ਜੋ ਅੰਦਰ ਦੀ ਭੁੱਖ ਤ੍ਰਿਸ਼ਨਾ ਦੀ ਭੁੱਖ ਹੈ, ਮਿਟਦੀ ਨਹੀਂ, ਸਭ ਚਲੀ ਜਾਂਦੀ ਹੈ। ਪਰਮਾਤਮਾ ਦੁੱਖ ਭੁੱਖ ਦਲਿੱਦਰਤਾ ਕੰਗਾਲਤਾ ਸਭ ਦੂਰ ਕਰ ਦਿੰਦਾ ਜੇ ਇੱਕ ਚਿੱਤ ਹੋ ਕੇ ਪਰਮਾਤਮਾ ਨੂੰ ਯਾਦ ਕੀਤਾ ਜਾਵੇ। ਸਾਧ ਸੰਗਤ ਜੀ, ਪ੍ਰਤੱਖ ਵੀ ਦਲਿੱਦਰ ਦੂਰ ਹੋ ਜਾਂਦਾ ਜੋ ਅਵਿਦਿਆ ਕਰਕੇ ਦਲਿੱਦਰ ਪਿਆ ਹੋਇਆ, ਆਲਸ ਪਿਆ ਹੋਇਆ। ਅੰਮ੍ਰਿਤ ਵੇਲੇ ਉੱਠਣੇ ਤੋਂ ਵੀ ਆਲਸ ਪੈਂਦਾ, ਅਵਿਦਿਆ ਦੀ ਕਰਕੇ ਹੈ, ਅਗਿਆਤ ਹੋਣੇ ਕਰਕੇ। ਜੇ ਅਵਿਦਿਆ ਤੋਂ ਜੀਵ ਜਾਗਰਤ ਅਵਸਥਾ ਵਿੱਚ ਆ ਜਾਵੇ
ਫਿਰ ਸਾਧ ਸੰਗਤ ਜੀ ਕਦੇ ਆਲਸ ਨਹੀਂ ਕਰਦਾ। ਸੁੱਤਾ ਹੋਇਆ ਅਵਿਦਿਆ ਦੀ ਨਿੰਦਰਾ ਵਿੱਚ ਆਲਸ ਕਰਦਾ ਹੈ, ਕੋਈ ਫਿਕਰ ਨਹੀਂ ਹੈ ਕਿ ਅੰਮ੍ਰਿਤ ਵੇਲਾ ਹੋਇਆ ਮੈਂ ਉੱਠ ਕੇ ਇਸ਼ਨਾਨ ਪਾਨ ਕਰਕੇ ਪਰਮੇਸ਼ਰ ਦਾ ਭਜਨ ਕਰਾਂ, ਕਿਉਂਕਿ ਸੁੱਤਾ ਹੋਇਆ ਮਨੁੱਖ ਮਰਿਆਂ ਦੇ ਬਰਾਬਰ ਹੁੰਦਾ ਹੈ। ਤੇ ਜਿਹੜਾ ਅਵਿਦਿਆ ਦੀ ਨਿੰਦਰਾ ਵਿੱਚ ਸੁੱਤਾ ਹੈ, ਕੋਈ ਪਤਾ ਨਹੀਂ ਮੇਰੀ ਜ਼ਿੰਦਗੀ ਗੁਜ਼ਰਦੀ ਜਾ ਰਹੀ ਹੈ, ਮੇਰਾ ਜੀਵਨ ਅਕਾਰਥ ਜਾ ਰਿਹਾ ਹੈ, ਹਰ ਰੋਜ਼ ਦੇ 24,000 ਸਵਾਸ ਅਜਾਈਂ ਬਤੀਤ ਹੁੰਦੇ ਜਾ ਰਹੇ ਹੈ। ਸੁੱਤੇ ਹੋਏ ਮਨੁੱਖ ਨੂੰ ਕੋਈ ਫਿਕਰ ਨਹੀਂ ਹੈ, ਪਰ ਜਿਨ੍ਹਾਂ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੋਈ ਹੈ, ਜਾਗਰਤ ਅਵਸਥਾ ਵਿੱਚ ਆਏ ਹਨ, ਉਹ ਫਿਰ ਫਿਕਰ ਦੇ ਨਾਲ ਪਿਛਲੇ ਪੈਰ ਉੱਠ ਕੇ ਪਰਮੇਸ਼ਰ ਦਾ ਭਜਨ ਕਰਦੇ ਹੈ। ਜੀਵਨ ਨੂੰ ਸਫਲਿਆ ਕਰਨ ਵਾਸਤੇ, ਜ਼ਿੰਦਗੀ ਨੂੰ ਕਿਰਤਾਰਥ ਕਰਨ ਦੇ ਲਈ ਪਰਮਾਤਮਾ ਦਾ ਨਾਮ ਜਪਦੇ ਹੈ। ਇੱਕ ਚਿੱਤ ਹੋ ਕੇ ਵਾਹਿਗੁਰੂ ਦੀ ਯਾਦ ਵਿੱਚ ਜੁੜਦੇ ਹਨ। ਮਹਾਰਾਜ ਸੱਚੇ ਪਾਤਸ਼ਾਹ ਧੰਨ ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਫਰਮਾਉਂਦੇ ਹੈ, ਜਿਸ ਪਰਮੇਸ਼ਰ ਦਾ ਸਿਮਰਨ ਕਰਨੇ ਕਰਕੇ ਸਭ ਦੁੱਖ ਭੁੱਖ ਕੰਗਾਲਤਾ ਪ੍ਰਤੱਖ ਆਲਸ ਦਲਿੱਦਰ ਵੀ ਦੂਰ ਹੋ ਜਾਂਦਾ ਹੈ। ਪਰਮਾਤਮਾ ਦਾ ਸਿਮਰਨ ਕਰਨੇ ਕਰਕੇ ਹੇ ਮਨਾ ਉਸ ਵਾਹਿਗੁਰੂ ਨੂੰ ਯਾਦ ਕਰਿਆ ਕਰ। ਹਰ ਹਰ ਨਾਮ ਜਪੋ ਮਨ ਮੇਰੇ। ਹੇ ਮੇਰੇ ਮਨਾ ਅਕਾਲ ਪੁਰਖ ਪਰਮੇਸ਼ਰ ਦਾ ਸਿਮਰਨ ਕਰਿਆ ਕਰ, ਜੋ ਹਿਰਦੇ ਨੂੰ ਹਰਿਆਵਲਤਾ ਸਿੱਧ ਕਰਨ ਵਾਲਾ ਹੈ। ਐਸਾ ਪਰਮਾਤਮਾ ਦਾ ਨਾਮ ਹੈ, ਜਪਣੇ ਯੋਗ ਪਰਮੇਸ਼ਰ ਦਾ ਨਾਮ ਜਪਿਆ ਕਰ। ਮੁਖ ਗੁਰਮੁਖ ਪ੍ਰੀਤ ਲਗਾਤੀ। ਕਿਉਂਕਿ ਜੇ ਗੁਰਮੁਖਾਂ ਦੀ ਸੰਗਤ ਕਰਕੇ ਪਰਮੇਸ਼ਰ ਦਾ ਨਾਮ ਜਪੀਏ, ਮੁਖ ਅੰਤਿਸ਼ ਕਰਨ ਹਿਰਦੇ ਅੰਦਰ ਪਰਮਾਤਮਾ ਦੀ ਪ੍ਰੀਤ ਲੱਗ ਜਾਂਦੀ ਹੈ। ਮੁਖ ਗੁਰਮੁਖ ਪ੍ਰੀਤ ਲਗਾਤੀ, ਜਿਨ੍ਹਾਂ ਨੇ ਆਪਣਾ ਮੁਖ ਸਤਿਗੁਰੂ ਜੀ ਦੇ ਸਨਮੁਖ ਕਰਕੇ ਰੱਖਿਆ ਹੈ, ਮਨ ਬਾਣੀ ਸਰੀਰ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਰਾਇਣ ਹੋ ਗਏ ਹੈ, ਸਤਿਗੁਰਾਂ ਦੇ ਸਨਮੁਖ ਹੋ ਕੇ ਰਹਿੰਦੇ ਹੈ। ਐਸੇ ਗੁਰਮੁਖਾਂ ਦੇ ਹਿਰਦੇ ਅੰਦਰ ਵਾਹਿਗੁਰੂ ਦੇ ਚਰਨਾਂ ਦੀ ਪ੍ਰੀਤ ਲੱਗੀ ਹੈ। ਪਰ ਜਿਨ੍ਹਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਬੇਮੁਖ ਹੋ ਕੇ ਰਹਿਣਾ ਕੀਤਾ, ਕਦੇ ਵੀ ਸਤਿਗੁਰੂ ਜੀ ਦੇ ਸਨਮੁਖ ਨਹੀਂ ਹੋਏ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਫਿਰ ਵਾਹਿਗੁਰੂ ਦੇ ਚਰਨਾਂ ਦੀ ਪ੍ਰੀਤ ਨਹੀਂ ਕਦੇ ਹਿਰਦੇ ਅੰਦਰ ਲਾ ਸਕੇ। ਉਹ ਫਿਰ ਸੰਸਾਰ ਦੇ ਝੂਠਾ ਪਿਆਰ, ਕਦੇ ਪਦਾਰਥਾਂ ਦਾ, ਧਨ ਦਾ, ਜਗਤ ਦੀ ਮੋਹ ਮਮਤਾ ਵਿੱਚ ਹੀ ਗਲਤਾਨ ਹੋਏ ਰਹਿੰਦੇ ਹੈ। ਜਿਨ੍ਹਾਂ ਨੇ ਮਨ ਬਾਣੀ ਸਰੀਰ ਕਰਕੇ ਗੁਰੂ ਸਤਿਗੁਰਾਂ ਦੇ ਸਨਮੁਖ ਹੋਵਣਾ ਕੀਤਾ, ਐਸੀ ਗੁਰਮੁਖਾਂ ਦੇ ਹਿਰਦੇ ਅੰਦਰ ਪਰਮਾਤਮਾ ਦੇ ਚਰਨਾਂ ਦੀ ਸੱਚੀ ਪ੍ਰੀਤ ਲੱਗ ਗਈ ਹੈ। ਜਿਤ ਮੁਖ ਭਾਗ ਲਿਖਿਆ ਧੁਰ ਸਾਚੈ। ਧੁਰੋਂ ਹੀ ਪਰਮਾਤਮਾ ਸੱਚੇ ਪਰਮੇਸ਼ਰ ਨੇ ਜਿਨ੍ਹਾਂ ਦਾ ਮਸਤਕ ਦਾ ਚੰਗਾ ਭਾਗ ਲਿਖ ਕਰਕੇ ਪਾਇਆ, ਪੂਰਬਲੇ ਨਿਸ਼ਕਾਮ ਕਰਮਾਂ ਦੇ ਜਿਨ੍ਹਾਂ ਦਾ ਫਲ ਵਾਹਿਗੁਰੂ ਨੇ ਲਿਖ ਕੇ ਪਾਇਆ ਹੈ। ਹਰ ਤਿਤ ਮੁਖ ਨਾਮ ਜਪਾਤੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਸ ਮੁਖ ਦੁਆਰਾ ਪਰਮੇਸ਼ਰ ਦਾ ਜਾਪ ਜਪਿਆ ਜਾਂਦਾ। ਪਰਮਾਤਮਾ ਉਸ ਮੁਖ ਦੁਆਰਾ ਆਪਣਾ ਜਾਪ ਕਰਾਉਂਦਾ, ਜਿਨ੍ਹਾਂ ਦੇ ਧੁਰੋਂ ਹੀ ਮਸਤਕ ਦੇ ਚੰਗੇ ਭਾਗ ਲਿਖੇ ਹੁੰਦੇ ਹੈ। ਜਿਵੇਂ ਸਤਿਗੁਰੂ ਜੀ ਦਾ ਫਰਮਾਨ ਆਉਂਦਾ ਹੈ ਨਾ, ਪਰਮਾਤਮਾ ਦੀ ਭਗਤੀ ਉਹਨਾਂ ਨੇ ਕੀਤੀ ਜਿਨ੍ਹਾਂ ਨੂੰ ਧੁਰੋਂ ਵਾਹਿਗੁਰੂ ਨੇ ਦਾਤ ਦੇ ਕਰਕੇ ਨਿਵਾਜੇ ਹੈ। ਭਗਤ ਕਰਹਿ ਮਰ ਜੀਵੜੇ, ਗੁਰਮੁਖ ਭਗਤ ਸਦਾ ਹੋਏ, ਉਹਨਾਂ ਕੋ ਧੁਰ ਭਗਤ ਖਜ਼ਾਨਾ ਬਖਸ਼ਿਆ, ਮੇਟ ਨਾ ਸਕਿਆ ਕੋਈ। ਕੋਈ ਮਿਟਾ ਨਹੀਂ ਸਕਦਾ, ਟਾਲ ਨਹੀਂ ਸਕਦਾ, ਜਿਨ੍ਹਾਂ ਨੂੰ ਧੁਰੋਂ ਹੀ ਵਾਹਿਗੁਰੂ ਨੇ ਸ਼੍ਰੋਮਣੀ ਦਾਤ ਦੇ ਕਰਕੇ ਨਿਵਾਜਿਆ ਹੈ। ਸ਼ਲੋਕ ਮਹੱਲਾ ਤੀਜਾ। ਸਤਿਗੁਰ ਜਿਨੀ ਨਾ ਸੇਵਿਓ। ਧੰਨ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹੈ, ਜਿਨ੍ਹਾਂ ਨੇ ਪੂਰੇ ਸਤਿਗੁਰੂ ਜੀ ਦੇ ਚਰਨਾਂ ਦੀ ਸੇਵਾ ਨਹੀਂ ਕੀਤੀ। ਸ਼ਬਦ ਨਾ ਕੀਤੋ ਵਿਚਾਰ। ਨਾ ਹੀ ਜੀਵਨ ਦੇ ਵਿੱਚ ਕਦੇ ਗੁਰੂ ਸ਼ਬਦ ਦੀ ਵਿਚਾਰ ਕੀਤੀ ਹੈ, ਕਿਉਂਕਿ ਵਿਚਾਰਵਾਨ ਮਨੁੱਖ ਹੀ ਅਸਲ ਮੰਜ਼ਿਲ ਤੇ ਪਹੁੰਚ ਸਕਦਾ ਹੈ। ਜੋ ਮਨੁੱਖ ਵਿਚਾਰ ਤੋਂ ਹੀਣਾ ਹੈ, ਕਦੇ ਸੱਚ ਦੀ ਪਹਿਚਾਣ ਨਹੀਂ ਕਰ ਸਕਦਾ। ਵਿਚਾਰ ਤੋਂ ਹੀਣਾ ਮਨੁੱਖ ਕਦਾਚਿਤ ਵੀ ਆਪਣੇ ਮਿੱਥੇ ਹੋਏ ਮੰਜ਼ਿਲ ਤੇ ਪਹੁੰਚ ਨਹੀਂ ਸਕਦਾ। ਜ਼ਿੰਦਗੀ ਤੈਅ ਰਸਤਾ ਤੈਅ ਕਰਦਿਆਂ ਹੋਇਆ ਪੈਂਡੇ ਵਿੱਚ ਕਿਤੇ ਨਾ ਕਿਤੇ ਜ਼ਰੂਰ ਧੋਖਾ ਖਾਵੇਗਾ ਜਿਹੜਾ ਮਨੁੱਖ ਵਿਚਾਰ ਤੋਂ ਹੀਣਾ ਹੈ। ਤੇ ਜੋ ਗੁਰੂ ਸ਼ਬਦ ਦੀ ਵਿਚਾਰ ਤੋਂ ਹੀਣਾ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਕਦੇ ਵੀ ਵਾਹਿਗੁਰੂ ਦੇ ਸਰੂਪ ਰੂਪੀ ਮੰਜ਼ਿਲ ਤੇ ਪਹੁੰਚ ਨਹੀਂ ਸਕਦਾ।
ਜਿਨ੍ਹਾਂ ਨੇ ਗੁਰੂ ਕਾ ਬਚਨ ਨਹੀਂ ਕਦੇ ਜੀਵਨ ਦੇ ਵਿੱਚ ਮੰਨਿਆ, ਸਤਿਗੁਰੂ ਜੀ ਦੀ ਆਗਿਆ ਮਹਾਰਾਜ ਸੱਚੇ ਪਾਤਸ਼ਾਹੀ ਦਾ ਉਪਦੇਸ਼ ਨਹੀਂ ਕਦੇ ਵੀ ਜੀਵਨ ਵਿੱਚ ਕਮਾਇਆ, ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਕਹਿੰਦੇ ਨਾ ਹੀ ਕਦੇ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਗੁਰੂ ਸ਼ਬਦ ਦੀ ਵਿਚਾਰ ਕੀਤੀ ਹੈ। ਅੰਤਰ ਗਿਆਨ ਨਾ ਆਇਓ, ਇਸ ਕਰਕੇ ਉਹ ਅਗਿਆਨਤਾ ਵਿੱਚ ਹੀ ਫਸੇ ਰਹੇ ਹੈ। ਕਦੇ ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਨਹੀਂ ਹੋਇਆ, ਹਿਰਦੇ ਅੰਦਰ ਸੱਚਾ ਗਿਆਨ ਉਹਨਾਂ ਨੂੰ ਪ੍ਰਾਪਤ ਨਹੀਂ ਹੋਇਆ। ਮਿਰਤਕ ਹੈ ਸੰਸਾਰ, ਐਸੇ ਜਿਹੜੇ ਸੰਸਾਰ ਦੇ ਜਿੰਨੇ ਵੀ ਜੀ ਆ ਨਾ, ਸਾਰਾ ਸੰਸਾਰ ਫਿਰ ਮੌਤ ਦੀ ਤਰ੍ਹਾਂ ਮਰਿਆ ਹੋਇਆ ਜਾਣੋ। ਜਿਸ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਬਚਨ ਨਹੀਂ ਕਦੇ ਜੀਵਨ ਵਿੱਚ ਮੰਨਿਆ, ਜਿਸ ਨੇ ਕਦੇ ਗੁਰੂ ਸ਼ਬਦ ਦੀ ਵਿਚਾਰ ਨਹੀਂ ਕੀਤੀ, ਮਹਾਰਾਜ ਕਹਿੰਦੇ ਹਨ ਉਹ ਫਿਰ ਮਰਿਆ ਹੋਇਆਂ ਦੇ ਬਰਾਬਰ ਹੀ ਹੈ। ਜਿਵੇਂ ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਦਾ ਫਰਮਾਨ ਆਉਂਦਾ ਹੈ, ਅਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਧਨਵੰਤ, ਮਿਰਤਕ ਕਹੀਐ ਨਾਨਕਾ ਜਿਹ ਪ੍ਰੀਤ ਨਹੀਂ ਭਗਵੰਤ। ਜੇ ਪਰਮਾਤਮਾ ਦੇ ਚਰਨਾਂ ਦੀ ਪ੍ਰੀਤ ਨਹੀਂ ਹੈ ਨਾ ਹਿਰਦੇ ਅੰਦਰ, ਭਾਵੇਂ ਮੁਖ ਤੋਂ ਗਿਆਨ ਦੀਆਂ ਗੱਲਾਂ ਵੀ ਕਰਦਾ ਹੋਵੇ, ਅਤਿਸ਼ੇ ਕਰਕੇ ਬਹੁਤਾ ਸੋਹਣਾ ਸਰੂਪ ਵੀ ਹੋਵੇ, ਬੜਾ ਧਨਵਾਨ ਵੀ ਹੋਵੇ, ਬੜੀਆਂ ਗਿਆਨ ਦੀਆਂ ਗੱਲਾਂ ਸੁਣਾਉਂਦਾ ਹੋਵੇ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬੜਾ ਚਤੁਰ ਚਲਾਕ ਵੀ ਭਾਵੇਂ ਹੋਵੇ, ਪਰ ਜੇ ਵਾਹਿਗੁਰੂ ਦੇ ਚਰਨਾਂ ਦਾ ਪਿਆਰ ਨਹੀਂ ਹੈ ਹਿਰਦੇ ਅੰਦਰ, ਉਹ ਜਾਣੋ ਫਿਰ ਮਰਿਆਂ ਦੇ ਬਰਾਬਰ ਹੈ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਫਰਮਾਉਂਦੇ ਹੈ, ਜਿਨ੍ਹਾਂ ਦੇ ਹਿਰਦੇ ਅੰਦਰ ਵਾਹਿਗੁਰੂ ਦੇ ਚਰਨਾਂ ਦਾ ਗਿਆਨ ਨਹੀਂ ਪ੍ਰਾਪਤ ਹੋਇਆ, ਮਿਰਤਕ ਹੈ ਸੰਸਾਰ, ਉਹ ਜਾਣੋ ਕਿ ਸਾਰਾ ਸੰਸਾਰ ਮਰਿਆ ਹੋਇਆਂ ਦੇ ਬਰਾਬਰ ਹੀ ਹੈ। 184 ਹੋ ਫੇਰ ਪਿਆ, ਐਸੇ ਅਗਿਆਨੀ ਜੀਵਾਂ ਦਾ ਫੇਰ ਬਾਰ-ਬਾਰ ਮੁੜਨਾ, ਬਾਰ-ਬਾਰ ਮੋੜ ਕੇ ਫਿਰ ਸੰਸਾਰ ਦੇ ਵਿੱਚ ਆਉਣਾ, ਜਨਮ ਧਾਰਨ ਕਰਨਾ, ਫਿਰ ਮੌਤ ਦੇ ਮਾਰੇ ਹੋਏ ਮਰ ਜਾਣਾ, ਵਾਸ਼ਨਾ ਦੇ ਬੱਝੇ ਹੋਏ ਜੂਨਾਂ ਵਿੱਚ ਭਟਕਣਾ। 184 ਲੱਖ ਜੂਨਾਂ ਵਿੱਚ ਬਾਰ-ਬਾਰ ਫੇਰ ਪੈਂਦਾ ਹੈ, ਭਾਵ ਬਾਰ-ਬਾਰ ਜਨਮ ਧਾਰਨ ਕਰਨਾ ਪੈਂਦਾ ਹੈ। ਮਰ ਜੰਮੈ ਹੋਏ ਖੁਆਰ, ਉਹ ਐਸੇ ਅਗਿਆਤ ਜੀਵ ਮਰ ਕੇ ਜਨਮ ਧਾਰਨ ਕਰ ਰਹੇ ਹੈ, ਫਿਰ ਖੱਜਲ ਖੁਆਰ ਹੋ ਰਹੇ ਹੈ, ਫਿਰ ਜਮ ਬਾਰ-ਬਾਰ ਸਜ਼ਾਵਾਂ ਦਿੰਦੇ, ਤਸੀਹੇ ਦਿੰਦੇ ਹੋ ਲੈ ਕੇ ਜਾਂਦੇ ਹੈ, ਗਲ ਵਿੱਚ ਫਾਹਾ ਪਾ ਕੇ ਲੈ ਜਾਂਦੇ ਹੈ, ਫਿਰ ਕਰਮਾਂ ਦਾ ਹਿਸਾਬ ਕਿਤਾਬ ਹੁੰਦਾ ਹੈ, ਵਾਸ਼ਨਾ ਦੇ ਬੱਝੇ ਹੋਏ ਫਿਰ ਜਨਮ ਧਾਰਨ ਕਰਦੇ ਆ। ਸਤਿਗੁਰ ਕੀ ਸੇਵਾ ਸੋ ਕਰੇ, ਮਹਾਰਾਜ ਕਹਿੰਦੇ ਪੂਰੇ ਸਤਿਗੁਰੂ ਜੀ ਦੇ ਚਰਨਾਂ ਦੀ ਸੇਵਾ ਉਹ ਵਡਭਾਗਾ ਪੁਰਖ ਕਰਦਾ ਹੈ। ਜਿਸਨੋ ਆਪ ਕਰਾਏ ਸੋਏ, ਜਿਸ ਵਡਭਾਗੇ ਪੁਰਖ ਨੂੰ ਪਰਮੇਸ਼ਰ ਆਪ ਕਰਾਵਣਾ ਕਰੇ, ਕਿਉਂਕਿ ਮੁਗਤ ਭੁਗਤ ਜੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਏ ਹੈ। ਹੇ ਮਹਾਰਾਜ, ਜਿਸ ਤੋਂ ਆਪ ਕਿਰਪਾ ਕਰਕੇ ਸੇਵਾ ਕਰਾਓ, ਉਹੋ ਹੀ ਮਹਾਰਾਜ ਆਪ ਜੀ ਦੇ ਚਰਨਾਂ ਦੀ ਸੇਵਾ ਕਰ ਸਕਦਾ ਹੈ। ਆਪਣੇ ਬਲ ਦੇ ਨਾਲ ਕਦੇ ਹੰਕਾਰੀ ਜੀਵ ਗੁਰੂ ਚਰਨਾਂ ਦੀ ਸੇਵਾ ਨਹੀਂ ਕਰ ਸਕਦਾ। ਸਤਿਗੁਰ ਵਿੱਚ ਨਾਮ ਨਿਧਾਨ ਹੈ, ਪੂਰੇ ਸਤਿਗੁਰੂ ਜੀ ਦੇ ਸਰੂਪ ਅੰਦਰ ਨੌ ਨਿਧੀਆਂ ਦਾ ਖਜ਼ਾਨਾ ਪਰਮੇਸ਼ਰ ਦਾ ਨਾਮ ਹੈ। ਕਰਮ ਪ੍ਰਾਪਤ ਹੋਏ, ਪਰ ਕਰਮਾਂ ਤੋਂ ਬਿਨਾਂ ਨਹੀਂ ਪ੍ਰਾਪਤ ਹੁੰਦਾ। ਜੇ ਸਿੱਖ ਗੁਰੂ ਚਰਨਾਂ ਵਿੱਚ ਆ ਕੇ ਨਾਮ ਦੀ ਦਾਤ ਮੰਗਦਾ ਹੈ, ਚੰਗੇ ਭਾਗਾਂ ਕਰਕੇ, ਜੀਵ ਦੇ ਪੂਰਬਲੇ ਚੰਗੇ ਕਰਮਾਂ ਕਰਕੇ ਨਾਮ ਦੀ ਦਾਤ ਮਿਲਦੀ ਹੈ। ਨਹੀਂ ਤਾਂ ਸਾਧ ਸੰਗਤ ਜੀ ਦੁਨਿਆਵੀ ਦਾਤਾਂ ਹੀ ਅਸੀਂ ਮੰਗਦੇ ਰਹਿੰਦੇ ਹਾਂ, ਧਨ ਪਦਾਰਥਾਂ ਦੀਆਂ ਦਾਤਾਂ ਹੀ ਮੰਗਦੇ ਹਾਂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹਦੇ ਪੂਰਬਲੇ ਭਾਗ ਜਾਗਦੇ ਆ ਨਾ, ਉਹ ਗੁਰੂ ਚਰਨਾਂ ਵਿੱਚੋਂ ਨਾਮ ਦੀ ਦਾਤ ਮੰਗਦਾ ਹੈ। ਹੇ ਮਹਾਰਾਜ, ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ। ਹੇ ਮਹਾਰਾਜ ਸੱਚੇ ਪਾਤਸ਼ਾਹ, ਮੈਂ ਕਿਆ ਮੰਗੋ ਕਿਛ ਥਿਰ ਨ ਰਹਾਈ, ਹਰ ਦੀਜੈ ਨਾਮ ਪਿਆਰੀ ਜੀਓ। ਕੁਝ ਵੀ ਸੰਸਾਰ ਵਿੱਚ ਸੱਚਾ ਨਹੀਂ ਹੈ, ਸਭ ਕੁਝ ਨਾਸ਼ਵੰਤ ਹੈ। ਫਿਰ ਮਹਾਰਾਜ ਮੈਂ ਮੰਗਾ ਤੇ ਕੀ ਮੰਗਾ? ਆਪ ਕਿਰਪਾ ਕਰੋ। ਤਰੁੱਠੇ ਹੋ ਤਾਂ ਫਿਰ ਨਾਮ ਦੀ ਦਾਤ ਹੀ ਬਖਸ਼ੋ। ਜਿਨ੍ਹਾਂ ਨੂੰ ਸੋਝੀ ਆਵੰਦੀ ਹੈ, ਪੂਰਬਲੇ ਭਾਗ ਜਾਗਦੇ ਹਨ, ਮਹਾਰਾਜ ਸੱਚੇ ਪਾਤਸ਼ਾਹ ਆਖ ਰਹੇ ਹੈ, ਉਹ ਗੁਰੂ ਚਰਨਾਂ ਵਿੱਚੋਂ ਨਾਮ ਦੀ ਦਾਤ ਮੰਗਦੇ ਆ। ਕਰਮਾਂ ਕਰਕੇ ਨਾਮ ਦੀ ਦਾਤ ਉਹਨਾਂ ਗੁਰਮੁਖਾਂ ਨੂੰ ਮਿਲ ਜਾਂਦੀ ਹੈ।
ਸੱਚ ਰਤੇ ਗੁਰ ਸ਼ਬਦ ਸਿਆ। ਜਿਨ੍ਹਾਂ ਨੇ ਗੁਰੂ ਸ਼ਬਦ ਦੁਆਰਾ ਸੱਚੇ ਪਰਮਾਤਮਾ ਦੇ ਵਿੱਚ ਮਿਲ ਜਾਣਾ ਕੀਤਾ, ਰਤੇ ਤਦਾਕਾਰ ਹੋ ਕਰਕੇ ਰਹਿੰਦੇ ਐ, ਸਦਾ ਹੀ ਆਪਣੀ ਸੁਰਤ ਨੂੰ ਵਾਹਿਗੁਰੂ ਦੇ ਸਰੂਪ ਦੇ ਵਿੱਚ ਜੋੜ ਕੇ ਰੱਖਦੇ ਹਨ। ਤਿਨ ਸੱਚੀ ਸਦਾ ਲਿਵ ਹੋਏ। ਜਾਣੋ ਕਿ ਉਹਨਾਂ ਨੇ ਆਪਣੀ ਲਿਵ ਸੱਚੇ ਪਰਮਾਤਮਾ ਦੇ ਵੀ ਸਦਾ ਹੀ ਲਾਗ ਕਰਕੇ ਰੱਖੀ ਹੈ। ਉਹਨਾਂ ਦੀ ਲਿਵ ਸੱਚੀ ਜੁੜੀ ਹੋਈ ਹੈ, ਹਿਰਦੇ ਹੋ ਕਰਕੇ ਪਰਮਾਤਮਾ ਨੂੰ ਯਾਦ ਕਰਦੇ ਹੈ। ਇਹ ਨਹੀਂ ਵਿਖਾਵੇ ਦੇ ਨਾਲ ਨੇਤਰ ਬੰਦ ਕਰਕੇ ਰੱਬ ਨੂੰ ਯਾਦ ਕਰਨਾ। ਜਿਨ੍ਹਾਂ ਨੇ ਸਾਧ ਸੰਗਤ ਜੀ ਸ਼ਬਦ ਦਾ ਆਸਰਾ ਲਿਆ, ਉਹ ਜਾਣੋ ਕਿ ਉਹਨਾਂ ਨੇ ਆਪਣੀ ਲਿਵ ਸੱਚੇ ਪਰਮਾਤਮਾ ਦੇ ਚਰਨਾਂ ਵਿੱਚ ਜੋੜ ਲਈ ਹੈ। ਨਾਨਕ ਜਿਸਨੋ ਮੇਲੇ ਨਾ ਵਿਛੜੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਰਮਾਤਮਾ ਇੱਕ ਵਾਰ ਜਿਸ ਜੀਵ ਨੂੰ ਆਪਣੇ ਸਰੂਪ ਦੇ ਵਿੱਚ ਮਿਲ ਲੈਂਦਾ ਹੈ, ਦੁਬਾਰਾ ਉਹ ਵਿਛੜਦਾ ਨਹੀਂ ਕਦੇ ਵੀ, ਫਿਰ ਕਦੇ ਵੀ ਉਹਦਾ ਵਿਛੋੜਾ ਨਹੀਂ ਹੁੰਦਾ।